जन्माने परतख गुरु निस्तारे। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਦਰਬਾਰ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ। ब्रह्म ज्ञानी का निर्मल मन चिंता नहीं करते कि ऐ क्यों हो गया, ये होना चाहिए सी। ब्रह्म ज्ञानी का निर्मल मन, ब्रह्म ज्ञानियों का जिहड़ा मंत्र है उपदेश है वो निर्मल उज्जवल है। ब्रह्म ज्ञानी जिस करे प्रभ आप, जिन्होंने मेरा वाहिगुरु ब्रह्म ज्ञानी साध संगत जी बना दिंदा है आप। ब्रह्म ज्ञानी का बड़ प्रताप, बहुत बड़ा तेज प्रताप है, उन्होंने बराबर नहीं कोई हो सकता। ब्रह्म ज्ञानी का दर्श बड़ भागी पाई है, वड्डियां उत्तों भागा करके पाई दे हन। ब्रह्म ज्ञानी को बल बल जाई है, ब्रह्म ज्ञानी बनाए उन्होंने तो बलिहार बलिहार कुर्बान जाइए सदा सदा मन वाणी सीर करके। ब्रह्म ज्ञानी को खोजे महेश्वर, शिव जी भी ब्रह्म बेटिया दे रहिंदा भालदा फिरदा है। नानक ब्रह्म ज्ञानी ईश्वर के राजे भी भालदे है, शिव जी भालदा तां की हर्ज है। सो साध संगत जी ਉਹ ਮਹੇਸ਼ਰ शिव जी ਇੱਕ ਵਾਰੀ ਇੱਕ ਸਾਧ ਸੰਗਤ ਜੀ ਪੰਡਤ ਸੀ, ਉਸ ਦੇ ਜਗ ਕਰਨ ਵਿੱਚ ਫਰਕ ਰਹਿ ਗਿਆ। ਉਹਦੇ ਪੁੱਤਰ ਪਿੰਗਲਾ ਪੈਦਾ ਹੋਇਆ, ਉਹਦੇ ਹੱਥ ਵੀ ਹੈ ਨਹੀਂ ਸੀ। ਇਹ ਪੰਡਤ ਮਿਲ ਕਰਕੇ ਗਿਆਨ ਦੀ ਚਰਚਾ ਕਰਨ ਲੱਗੇ। ਬੱਚਾ ਉਹ ਪਿਛਲੇ ਕਰਮਾਂ ਦੇ ਫਲ ਕਰਕੇ ਗਿਆਨਵਾਨ ਸੀ। ਉਸ ਪੰਡਤ ਦੇ ਘਰ ਉਹਦਾ ਜਨਮ ਹੋਇਆ ਤੇ ਪੰਡਤ ਚਰਚਾ ਕਰਨ ਲੱਗੇ। ਜਦੋਂ ਬਈ ਗਿਆਨਵਾਨ ਸੌਂ ਜਾਂਦਾ ਹੈ ਉਹਦੇ ਨਾਲ ਅਗਿਆਨੀ ਵਰਗੀ ਹਾਲਤ ਹੁੰਦੀ ਹੋਣੀ ਹੈ, ਜਦੋਂ ਜਾਗਦਾ ਉਹਨੂੰ ਵਿਸ਼ੇਸ਼ ਗਿਆਨ ਰਹਿੰਦਾ ਹੋਣਾ ਹੈ। ਕੀ ਫਰਕ ਹੈ? ਪੰਡਤ ਨਿਰਣਾ ਨਾ ਕਰ ਸਕੇ, ਕਹਿੰਦੇ ਹਾਂ ਇਹ ਉਹ ਤਾਂ ਬੇਹੋਸ਼ੀ ਹੁੰਦੀ ਹੈ। ਇਉਂ ਸਾਰੇ ਕਹਿਣ ਲੱਗ ਗਏ। ਇਹ ਬੱਚਾ ਕਹਿਣ ਲੱਗਾ, ਹੇ ਪੰਡਤੋ ਤੁਸੀਂ ਹੈ ਤਾਂ ਸਾਰੇ ਵਿਦਵਾਨ, ਪਰ ਜੇ ਮੇਰੀ ਰਾਏ ਪੁੱਛੋ ਤਾਂ ਮੈਂ ਤੁਹਾਨੂੰ ਦੱਸ ਦਿੰਦਾ। ਕੋਲੋਂ ਕਹਿਣ ਲੱਗਾ, ਜਦੋਂ ਬ੍ਰਹਮ ਗਿਆਨੀ ਸੌਂਦਾ ਉਦੋਂ ਸਤੋ ਗੁਣ ਚ ਬਿਰਤੀ ਲੀਨ ਹੁੰਦੀ ਹੈ। ਇਸ ਕਰਕੇ ਸਤੋ ਸੰਜਾਏ ਤੇ ਗਿਆਨਾ ਗੀਤਾ ਜੀ ਕ੍ਰਿਸ਼ਨ ਜੀ ਲਿਖਿਆ, ਸਤੋ ਗੁਣ ਵਾਲੇ ਦੇ ਅੰਦਰ ਗਿਆਨ ਕਾਇਮ ਰਹਿੰਦਾ। ਉਹ ਗਿਆਨ ਦੇ ਚਿੱਤੋ ਦਾ ਸਥਿਤ ਹੁੰਦਾ ਹੈ। ਇਸ ਕਰਕੇ ਉਹ ਬੇਹੋਸ਼ੀ ਦੀ ਨੀਂਦ ਅਵਿਦਿਆ ਦੀ ਤਮੋ ਗੁਣ ਵਿੱਚ ਨਹੀਂ ਲੀਨ ਹੁੰਦੀ ਬਿਰਤੀ। ਇਉਂ ਗਿਆਨੀ ਦਾ ਜਿਹੜਾ ਸੌਣਾ ਉਹ ਵੀ ਵੱਖਰਾ ਹੈ ਦੂਸਰੇ ਅਗਿਆਨੀਆਂ ਨਾਲ। ਇਹ ਸੁਣ ਕੇ ਪੰਡਤ ਗੁੱਸੇ ਹੋ ਗਿਆ। ਉੱਤਰ ਤਾਂ ਠੀਕ ਸੀ, ਕਹਿੰਦਾ ਉਹ ਮੇਰੇ ਆਸੇ ਤੇਰੀ ਪਾਲਣਾ ਹੁੰਦੀ ਹੈ, ਤੇਰੇ ਹੱਥ ਨਹੀਂ ਪੈਰ ਨਹੀਂ, ਤੇ ਤੂੰ ਸਾਡੇ ਵਿਦਵਾਨਾਂ ਦੀ ਸਭਾ 'ਚ ਸਾਡੀ ਨਿਰਾਦਰੀ ਕਰਦਾ। ਇਉਂ ਗੁੱਸੇ ਦੇ ਨਾਲ ਇਹਨੂੰ ਕਹਿੰਦਾ ਵੇਖਾਂਗਾ। ਇਹ ਬੱਚਾ ਕਹਿੰਦਾ ਪਾਲਣਾ ਤਾਂ ਪਰਮੇਸ਼ਰ ਹੀ ਸਾਰਿਆਂ ਦੀ ਕਰਦਾ। ਇਹ ਸੁਣ ਕੇ ਗੁੱਸਾ ਖਾ ਕੇ ਪੰਡਤ ਨੇ ਆਪਦੇ ਪੁੱਤਰ ਨੂੰ ਜਿਹੜਾ ਅੰਗਾਂ ਪੈਰਾਂ ਤੋਂ ਹੀਣਾ ਹੈ ਉਹਨੂੰ ਜੰਗਲ ਛੱਡਿਆ। ਸੜਿਆ ਜੰਗਲ ਸੀ ਸਾਧ ਸੰਗਤ ਜੀ, ਜਿਹਦੇ ਬਾਗ ਬੂਟੇ ਦੇ ਪੱਤਰੇ ਪੁੱਤਰੇ ਵੀ ਹੈ ਨਹੀਂ ਸੀ। ਜਦੋਂ ਉੱਥੇ ਛੱਡ ਕੇ ਆ ਗਿਆ ਗੁੱਸੇ ਦੇ ਨਾਲ ਕ੍ਰੋਧ ਚ ਆ ਕੇ, ਮਹਾਰਾਜ ਦਾ ਐਸੀ ਕਿਰਪਾ ਹੋਈ, ਐਸੀ ਅੰਮ੍ਰਿਤ ਦੀ ਵਰਖਾ ਹੋਈ, ਸਾਰੇ ਬਿਰਛ ਫਲ ਪੱਤਰ ਫਲ ਆਦਿ ਸਾਰੇ ਲੱਗ ਗਏ। ਉੱਥੇ ਉਸ ਬੱਚੇ ਨੂੰ ਪੰਛੀ ਤੋੜ ਤੋੜ ਕੇ ਫਲ ਚੁੰਝਾਂ ਨਾਲ ਅੱਗੇ ਸਿੱਟ ਜਾ ਕਰਨ ਤੇ ਉਹ ਟੁੰਡਾਂ ਨਾਲ ਚੱਕ ਕੇ ਖਾ ਲਿਆ ਕਰੇ। ਇਸ ਪ੍ਰਕਾਰ ਮਹਾਰਾਜ ਸਾਹਿਬ ਦੀ ਪਾਲਣਾ ਕਰਨ ਲੱਗ ਗਿਆ। ਇਉਂ ਪਾਲਣਾ ਕਰਦਿਆਂ ਤੋਂ ਇੱਕ ਦਿਨ ਦੀ ਗੱਲ ਹੈ, ਨਾਰਦ ਮੁਨੀ ਦਰਸ਼ਨ ਕਰਨ ਵਾਸਤੇ ਆਇਆ। ਨਾਰਦ ਜਦੋਂ ਦਰਸ਼ਨ ਕਰਨ ਵਾਸਤੇ ਆਇਆ, ਇਹ ਪੰਡਤ ਹਰੀ ਸਿੰਘ ਜੀ ਦਾ ਜੀਵਨ ਚਰਿੱਤਰ ਉਹਦੇ 'ਚ ਪ੍ਰਸੰਗ ਆਉਂਦਾ ਹੈ। ਜਿਸ ਵੇਲੇ ਦਰਸ਼ਨ ਕਰਨ ਵਾਸਤੇ ਆਇਆ ਉਸ ਵੇਲੇ ਨਾਰਦ ਨੇ ਕੀ ਦੇਖਿਆ, ਬਣ ਸਵਰਗ ਨਾਲੋਂ ਵੱਧ ਕੇ ਹੈ, ਬੜੇ ਬਾਗ ਬੂਟੇ ਸੋਹਣੇ ਬਿਰਛ ਲੱਗੇ ਹੈ। ਫਿਰਦਾ ਫਿਰਦਾ ਉਹ ਬੱਚੇ ਕੋਲੇ ਆ ਗਿਆ। ਬੱਚੇ ਨੂੰ ਨਮਸਕਾਰ ਕੀਤੀ। ਨਮਸਕਾਰ ਕਰਨ ਤੋਂ ਪੁੱਛਿਆ, ਨਾਰਦ ਮੈਨੂੰ ਜਾਣਦਾ? ਕਹਿੰਦੇ ਹਾਂ ਮਹਾਰਾਜ ਤੁਸੀਂ ਬ੍ਰਹਮਾ ਦੇ ਪੁੱਤਰ ਹੋ, ਤੁਹਾਡਾ ਸਦਾ ਵਿਚਰਨ ਦਾ ਸੁਭਾਅ ਹੈ, ਕੀਰਤਨ ਕਰਦੇ ਰਹਿੰਦੇ ਹੋ। ਸੁਣ ਕੇ ਕਹਿੰਦਾ ਵਰ ਮੰਗ। ਕਹਿਣ ਲੱਗਾ ਨਾਰਦ ਮੁਨੀ ਤੁਸੀਂ ਨਾਰਾਜ਼ ਨਾ ਹੋਇਓ, ਪ੍ਰਸੰਨ ਰਹੋ, ਤੁਸੀਂ ਵਰ ਦੱਸੋ ਮੈਨੂੰ ਕਰਮਾਂ ਅਨੁਸਾਰ ਦਿਓਗੇ ਕਿ ਉਲਟ? ਜੇ ਤਾਂ ਕਰਮਾਂ ਅਨੁਸਾਰ ਦਿਓਗੇ ਤਾਂ ਪਰਮੇਸ਼ਰ ਜੋ ਕੁਝ ਦੇਣਾ ਸੋ ਦੇ ਰਿਹਾ, ਤੇ ਮੈਂ ਤੁਹਾਤੋਂ ਕੀ ਵਰ ਮੰਗਾ? ਸੁਣ ਕੇ ਨਾਰਦ ਗੁੱਸੇ ਨਹੀਂ ਹੋਇਆ, ਬੜਾ ਖੁਸ਼ ਹੋਇਆ। ਕਹਿੰਦੇ ਵੀ ਇਹ ਤਾਂ ਬ੍ਰਹਮ ਗਿਆਨੀ ਹੈ, ਬੜਾ ਨਿਸਕਾਮੀ ਹੈ। ਇਹ ਚੱਲ ਕੇ ਦੱਸੀਏ ਬਾਕੀ ਦੇ ਦੇਵਤਿਆਂ ਨੂੰ ਵੀ। ਇੰਦਰ ਕੋਲੇ ਗੱਲ ਕੀਤੀ, ਇੰਦਰ ਵੀ ਤਿਆਰ ਹੋ ਗਿਆ ਦਰਸ਼ਨਾਂ ਨੂੰ। ਸ਼ਿਵਾਂ ਕੋਲੇ ਗਿਆ, ਸ਼ਿਵ ਜੀ ਵੀ ਤਿਆਰ ਹੋ ਗਏ, ਵਿਸ਼ਨੂੰ ਜੀ ਵੀ ਤਿਆਰ ਹੋ ਗਏ, ਬ੍ਰਹਮਾ ਵੀ ਤਿਆਰ ਹੋ ਗਿਆ। ਚਾਰੇ ਦੇਵਤੇ ਇਸ ਬੱਚੇ ਦੇ ਕੋਲੇ ਆਏ। ਪਹਿਲਾਂ ਇੰਦਰ ਪ੍ਰਗਟ ਹੋ ਕਹਿੰਦਾ ਵਰ ਮੰਗ।
ਕਹਿਣ ਲੱਗਾ ਤੂੰ ਮੈਨੂੰ ਜਾਣਦਾ ਕਿ ਹਾਂ ਤੂੰ ਸਵਰਗ ਦਾ ਰਾਜਾ ਇੰਦਰੋਂ ਹੈ, ਇਹਦਾ ਤਾਂ ਹਾਥੀ ਤੇ ਸਵਾਰ ਹੋਣ ਵਾਲਾ ਹੈ, 33 ਕਰੋੜ ਦੇਵਤਾ ਤੇਰੀ ਆਗਿਆ ਚੱਲਦਾ ਹੈ। ਕਹਿੰਦੇ ਵਰ ਮੰਗ, ਕਹਿੰਦੇ ਵਰ ਕਰਮਾਂ ਅਨੁਸਾਰ ਦੇਵੇਂਗਾ ਕਿ ਉਲਟ? ਕਹਿੰਦੇ ਦੇਵੂ ਤਾਂ ਵੀ ਕਰਮਾਂ ਅਨੁਸਾਰ। ਫਿਰ ਅੱਗੇ ਤੇਥੋਂ ਕੀ ਮੰਗਣਾ ਹੈ? ਪਰਮੇਸ਼ਰ ਦੇ ਰਿਹਾ। ਇੰਦਰ ਨਾਰਾਜ਼ ਨਹੀਂ ਹੋਇਆ। ਫਿਰ ਬਰਮਾ ਪ੍ਰਗਟ ਹੋਇਆ, ਉਹਨੂੰ ਵੀ ਇਹੋ ਉੱਤਰ ਦਿੱਤਾ। ਫਿਰ ਸ਼ਿਵ ਜੀ ਪ੍ਰਗਟ ਹੋਏ, ਉਹਨੂੰ ਵੀ ਉੱਤਰ ਦਿੱਤਾ। ਵਿਸ਼ਨੂੰ ਜੀ ਪ੍ਰਗਟ ਹੋਏ, ਉਹਨੂੰ ਵੀ ਇਹੋ ਉੱਤਰ ਦਿੱਤਾ। ਤਿੰਨੇ ਦੇਵਤੇ ਪ੍ਰਗਟ ਹੋਏ, ਕਹਿਣ ਲੱਗੇ ਵੀ ਦੇਖੋ ਇਹ ਬੱਚਾ ਕਿੱਡਾ ਨਿਸ਼ਕਾਮੀ ਹੈ, ਕਿੱਡਾ ਗਿਆਨਵਾਨ ਹੈ, ਵਰ ਨਹੀਂ ਇਹ ਮੰਗਦਾ, ਇਹਦੇ ਹੱਥ ਪੈਰ ਹੈ ਨਹੀਂ। ਆਪਾਂ ਨੂੰ ਚਾਹੀਦਾ ਹੈ ਕਿ ਪਰਮੇਸ਼ਰ ਅੱਗੇ ਆਪਾਂ ਬੇਨਤੀ ਕਰਕੇ ਇਹਦੇ ਅੰਗ ਪੈਰ ਸਾਬਤ ਕਰ ਲਈਏ। ਉਸ ਵੇਲੇ ਸਾਰਿਆਂ ਦੇਵਤਿਆਂ ਨੂੰ ਮਿਲ ਕੇ ਮਹਾਰਾਜ ਅੱਗੇ ਬਿਨੇ ਕਰਕੇ ਸਾਧ ਸੰਗਤ ਜੀ ਸਰਬ ਅੰਤਰਜਾਮੀ ਪਰਮੇਸ਼ਰ ਨੂੰ ਹਾਜ਼ਰ ਨਾਜ਼ਰ ਜਾਣ ਕੇ ਬੇਨਤੀ ਇਹਨਾਂ ਦੀ ਮੰਨੀ ਗਈ। ਬੱਚੇ ਦਾ ਸੋਨੇ ਵਰਗਾ ਸਰੀਰ ਹੋ ਗਿਆ, ਸਾਰੇ ਅੰਗ ਸਾਬਤ ਹੋ ਗਏ, ਪੂਰਨ ਗਿਆਨ ਦੇ ਵਿੱਚ ਬੈਠਾ ਨਿਹਾਲ ਹੋਇਆ, ਗੁਣ ਗਾ ਰਿਹਾ। ਇਹ ਪੰਡਤ ਆਇਆ ਫਿਰ ਵੇਖਣ। ਜਦੋਂ ਵੇਖਣ ਆਇਆ ਤੇ ਸਾਰੇ ਅੰਗਾਂ ਸਮੇਤ ਵੇਖ ਕੇ ਕਹਿੰਦਾ ਓਹੋ ਮੈਂ ਤਾਂ ਬੜੀ ਗਲਤੀ ਕੀਤੀ, ਫਿਰ ਮਾਫੀ ਮੰਗੀ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ ਬ੍ਰਹਮ ਗਿਆਨੀ ਕਉ ਖੋਜੇ ਮਹੇਸ਼ਰ। ਸ਼ਿਵ ਜੀ ਬਰਮਾ ਵਿਸ਼ਨ ਸ਼ਿਵ ਇੰਦਰ ਆਦਿਕ ਸਾਰੇ ਬ੍ਰਹਮ ਬੇਤੇ ਨੂੰ ਖੋਜਦੇ ਆ, ਭਾਲਦੇ ਕਿਤੋਂ ਦਰਸ਼ਨ ਹੋ ਜਾਣ। ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਸਾਹਿਬ ਜੀ ਕਹਿੰਦੇ ਜਿਹੜੇ ਬ੍ਰਹਮ ਗਿਆਨੀ ਉਹ ਆਪ ਪਰਮੇਸ਼ਰ ਦਾ ਰੂਪ ਹਨ। ਬ੍ਰਹਮ ਗਿਆਨੀ ਕੀ ਕੀਮਤ ਨਾਹੀਂ। ਬੇਤੇ ਉਹਨਾਂ ਦੀ ਕੀਮਤ ਨਹੀਂ ਕਿਸੇ ਦੇ ਪਾਸੋਂ ਪਾਈ ਜਾਂਦੀ, ਮੁੱਲ ਨਹੀਂ ਪਾਇਆ ਜਾ ਸਕਦਾ। ਬ੍ਰਹਮ ਗਿਆਨੀ ਕੈ ਸਗਲ ਮਨ ਮਾਹੀ। ਜੋ ਕੁਝ ਸੰਸਾਰ 'ਚ ਵਰਤਾਰਾ ਵਰਦਾ ਸਭ ਕੁਝ ਮਨ 'ਚ ਹੈ। ਬ੍ਰਹਮ ਗਿਆਨੀ ਜਾਣਦਾ, ਅੰਤਰਜਾਮੀ ਹੈ, ਲੁਕੀ ਛਿਪੀ ਹੋਈ ਗੱਲ ਨਹੀਂ ਹੈ। ਸਾਰਾ ਸੰਸਾਰ ਉਹਨਾਂ ਦੇ ਮਨ ਦੇ ਵਿੱਚ ਹੀ, ਸਾਰੇ ਪਦਾਰਥ ਜਿੰਨੇ ਮਨ ਦੇ ਵਿੱਚ ਹੀ ਮਿੱਥਿਆ ਜਾਣ ਕਰਕੇ ਪਰਮੇਸ਼ਰ ਦੇ ਵਿੱਚ ਹੀ ਜੁੜੇ ਰਹਿੰਦੇ ਹਨ। ਅੰਤਰਜਾਮ ਤਾਂ ਸਾਰਿਆਂ ਦੀ ਹੈ, ਪਰ ਹੁਣ ਨਜ਼ਦੀਕ ਕੋਈ ਭੇਤ ਨਹੀਂ ਕਹਿੰਦੇ ਵੀ ਅਸੀਂ ਜਾਣਦੇ ਹਾਂ। ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ। ਉਹਨਾਂ ਦੇ ਭੇਤ ਨੂੰ, ਤਤ ਨੂੰ, ਸਿਧਾਂਤ ਨੂੰ ਕਿਹੜਾ ਜਾਣ ਸਕਦਾ ਹੈ। ਬ੍ਰਹਮ ਗਿਆਨੀ ਕਉ ਸਦਾ ਆਦੇਸ਼। ਕਹਿੰਦੇ ਬ੍ਰਹਮ ਗਿਆਨੀਆਂ ਨੂੰ ਸਦਾ ਭਾਈ ਸਭ ਸ੍ਰਿਸ਼ਟੀ ਨਮਸਕਾਰ ਹੀ ਕਰਦੀ ਹੈ, ਨਮਸਕਾਰ ਹੈ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ। ਬ੍ਰਹਮ ਗਿਆਨੀ ਦਾ ਜਿਹੜਾ ਅਧਾਖਰ ਹੈ ਨਾ, ਅੱਧਾ ਅੱਖਰ ਬ੍ਰਹਮ ਗਿਆਨੀ ਦਾ ਵੀ ਕਥਨ ਨਹੀਂ ਕੋਈ ਕਰ ਸਕਦਾ। ਬ੍ਰਹਮ ਗਿਆਨ ਦਾ ਪੂਰਨਤਾ ਕੋਈ ਕੀ ਕਥਨ ਕਰੇਗਾ। ਅੱਧਾ ਅੱਖਰ ਹੈ ਬ੍ਰਹਮ ਸ਼ਬਦ ਹੈ ਨਾ, ਇੱਕ ਬ੍ਰਹਮ ਗਿਆਨੀ ਇੱਕ ਪਦ ਹੈ ਸਾਬਤ। ਜਿਹੜਾ ਬ੍ਰਹਮ ਦਾ ਹੀ ਨਹੀਂ ਕਥਨ ਕੀਤਾ ਜਾਂਦਾ ਤੇ ਬ੍ਰਹਮ ਗਿਆਨੀ ਦਾ ਕੌਣ ਕਥਨ ਕਰ ਸਕੇਗਾ। ਇਸ ਕਰਕੇ ਅੱਧਾ ਅੱਖਰ ਵੀ ਨਹੀਂ ਕਥਨ ਕੀਤਾ ਜਾ ਸਕਦਾ। ਬ੍ਰਹਮ ਨਹੀਂ ਜਦੋਂ ਕਿਸੇ ਤੋਂ ਕਥਨ ਕੀਤਾ ਜਾਂਦਾ ਤੇ ਬ੍ਰਹਮ ਦੇ ਗਿਆਤੇ ਨੂੰ ਕਿਹੜਾ ਕਥਨ ਕਰੇਗਾ। ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ। ਅਧਿਸ਼ਟਾਨ ਜਿਹੜਾ ਹੈ ਨਾ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੋਇਆ ਤੇ ਅਖਰ ਖਰਨ ਤੋਂ ਰਹਿ ਜਿਹੜਾ ਬ੍ਰਹਮ ਸਰੂਪ ਹੈ, ਜਿਸ ਨੂੰ ਸ਼ਸਤਰ ਨਹੀਂ ਕੱਢ ਸਕਦਾ, ਅੱਗ ਨਹੀਂ ਸਾੜ ਸਕਦੀ, ਪਾਣੀ ਨਹੀਂ ਡਬੋ ਸਕਦਾ, ਐਸਾ ਖਰਨ ਤੋਂ ਰਹਿ ਤਾਂ ਅਧਿਸ਼ਟਾਨ ਜੋ ਬ੍ਰਹਮ ਗਿਆਨੀ ਨੂੰ ਪ੍ਰਾਪਤ ਹੋਇਆ ਹੈ ਉਹ ਵੀ ਕੋਈ ਕਥਨ ਨਹੀਂ ਕਰ ਸਕਦਾ। ਇਸ ਪ੍ਰਕਾਰ ਹੈ ਬ੍ਰਹਮ ਵੇਤੇ ਜਿਹੜੇ ਹੈ ਉਹ ਸਦਾ ਸੁਤੰਤਰ ਹਨ। ਬ੍ਰਹਮ ਗਿਆਨੀ ਰੂਪ ਦੀ ਜੋ ਅਖਰ ਦੀ ਪ੍ਰਾਪਤੀ ਉਹ ਕੌਣ ਕਥਨ ਕਰੇ ਬ੍ਰਹਮ ਵੇਤੇ ਨੂੰ। ਬ੍ਰਹਮ ਗਿਆਨੀ ਸਰਬ ਕਾ ਠਾਕੁਰ। ਬ੍ਰਹਮ ਗਿਆਨੀ ਤੋਂ ਸਾਰਿਆਂ ਦਾ ਠਾਕੁਰ ਸੁਆਮੀ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੈ। ਬ੍ਰਹਮ ਗਿਆਨੀ ਦੀ ਮਿਤ ਮਰਜ਼ਾਦਾ ਨੂੰ ਕੌਣ ਕਥਨ ਕਰੇ, ਨਹੀਂ ਕਥਨ ਕਰ ਸਕਦਾ ਕੋਈ। ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ। ਦੀ ਜਿਹੜੀ ਗਤ ਮਰਜ਼ਾਦਾ ਰੀਤੀ ਹੈ ਬ੍ਰਹਮ ਗਿਆਨੀ ਭਾਈ ਜਾਣਦਾ ਹੈ। ਬ੍ਰਹਮ ਗਿਆਨੀ ਕਾ ਅੰਤ ਨਾ ਪਾਰ। ਗਿਆਨੀ ਦਾ ਅੰਤ ਪਾਰਾਵਾਰ ਨਹੀਂ ਕਿਸੇ ਦੇ ਪਾਸੋਂ ਪਾ ਜਾਂਦਾ, ਰਾਰ ਪਾਰ ਲੋਕ ਕਰਕੇ। ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਕਹਿੰਦੇ ਬ੍ਰਹਮ ਗਿਆਨੀ ਨੂੰ ਸਦਾ ਸਦਾ ਨਮਸਕਾਰ ਬੰਦਨਾ ਹੈ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ। ਸਾਰੀ ਸ੍ਰਿਸ਼ਟੀ ਦਾ ਕਰਤਾ ਈਸ਼ਵਰ ਰੂਪ ਆਪ ਹੈ। ਈਸ਼ਵਰ ਨੂੰ ਤਾਂ ਜਗ ਦੇ ਉਤਪਤੀ ਪਾਲਣਾ ਲੈਤਾ ਦਾ ਫਿਕਰ ਹੈ, ਉਹ ਸਾਰਿਆਂ ਨੂੰ ਸ੍ਰੇਸ਼ਟ ਕਰਨ ਵਾਲਾ ਹੈ ਗਿਆਨਵਾਨ ਕਰਕੇ। ਬ੍ਰਹਮ ਗਿਆਨੀ ਸਾਧ ਜੀਵੈ ਨਹੀਂ ਮਰਤਾ। ਬ੍ਰਹਮ ਗਿਆਨੀ ਜਿਹੜੇ ਸਦਾ ਜਿਉਂਦੇ ਹਨ, ਕਦੇ ਮਰਦੇ ਨਹੀਂ ਹਨ। ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ। ਬ੍ਰਹਮ ਗਿਆਨੀ ਜਿਹੜਾ ਹੈ ਮੁਕਤੀ ਦਾ ਤੇ ਜੁਗਤੀਆਂ ਦਾ, ਜੁਗਤ ਜੁੜਨ ਦਾ ਪਰਮੇਸ਼ਰ ਜੀਵ ਲਾਉਣ ਕੇ ਸਾਰਿਆਂ ਗੁਣਾਂ ਦਾ ਦਾਤਾ ਹੈ। ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ। ਬ੍ਰਹਮ ਗਿਆਨੀ ਤਾਂ ਪੂਰਨ ਜੋ ਸਾਰਿਆਂ ਥਾਂ ਵਿਆਪਕ ਹੈ ਪਰਮੇਸ਼ਰ, ਪੁਰਖ ਪੁਰਸ਼ਾਰਥ ਪੂੰ ਆਦਿਕਾਂ ਤੋਂ ਰੱਖਿਆ ਕਰਨ ਵਾਲਾ ਹੈ।
ਉਹ ਵਿਧਾਤਾ ਕਰਮ ਫਲ ਪ੍ਰਦਾਤਾ ਦਾ ਰੂਪ ਹੈ। ब्रह्म ज्ञानी अनाथ का ਬ੍ਰਹਮ नाथ, ਗਿਆਨੀ ਤਾਂ ਜਿਨ੍ਹਾਂ ਯਤੀਮਾਂ ਦਾ ਕੋਈ ਵੀ ਸਵਾਮੀ ਨਹੀਂ, ਉਹਨਾਂ ਦਾ ਸਵਾਮੀ ਹੈ। ब्रह्म ज्ञानी का सब ऊपर ਬ੍ਰਹਮ हाथ, ਵੇਤਨ ਦਾ ਸਾਰਿਆਂ ਤੇ ਕਿਰਪਾ ਦਾ ਭਰਿਆ ਹੋਇਆ ਹੱਥ ਹੈ, ਕਿਰਪਾ ਦਾ ਸਭ ਨੂੰ ਨਿਹਾਲ ਕਰਦਾ ਹੈ। ब्रह्म ज्ञानी का सगल आकार, ਬ੍ਰਹਮ ਵੇਤੇ ਦਾ ਤਾਂ ਸਾਰਾ ਸੰਸਾਰ ਆਪਦਾ ਹੀ ਰੂਪ ਸਮਝਦਾ ਹੈ, ਸਾਰਾ ਆਕਾਰ ਉਹਨਾਂ ਦਾ ਹੀ ਹੈ। ब्रह्म ज्ञानी आप ਬ੍ਰਹਮ निरंकार, ਗਿਆਨੀ ਆਕਾਰ 'ਚ ਨਹੀਂ ਫਸਦਾ, ਫਿਰ ਆਪ ਨਿਰਾਕਾਰ ਸਰੂਪ ਵਿੱਚ ਰਹਿੰਦਾ ਹੈ। ब्रह्म ज्ञानी की शोभा ब्रह्म ज्ञानी बनी, ਬ੍ਰਹਮ ਗਿਆਨੀ ਦੀ ਜਿਹੜੀ ਸੋਭਾ ਹੈ ਬ੍ਰਹਮ ਗਿਆਨੀਆਂ ਨੂੰ ਬਣਦੀ ਹੈ। नानक ब्रह्म ज्ञानी सर्व का ਸਤਿਗੁਰੂ ਜੀ धनी, ਕਹਿੰਦੇ ਜਿਹੜਾ ਬ੍ਰਹਮ ਗਿਆਨੀ ਉਹ ਭਾਈ ਸਾਰਿਆਂ ਦਾ ਮਾਲਕ ਹੈ। ਇੱਕ ਵਾਰੀ ਦੀ ਗੱਲ ਹੈ ਸਾਧ ਸੰਗਤ ਜੀ, ਇੱਕ ਦੇਸ਼ ਵਿੱਚ ਇੱਕ ਮਹਾਤਮਾ ਚੰਗੇ ਸਾਧੂ ਅਤੀਤ ਸਨ, ਗੁਣਾਂ ਵਾਲੇ ਸਨ। ਉਹ ਭਿੱਖਿਆ ਵਾਸਤੇ ਗਏ। ਜੋ ਭਿੱਖਿਆ ਵਾਸਤੇ ਗਏ ਉੱਥੋਂ ਦੇ ਜਿਹੜੇ ਲੋਕ ਸੀ ਉਹ ਕਹਿੰਦੇ ਸੀ ਜੀ ਬ੍ਰਹਮ ਗਿਆਨੀ ਹੁੰਨੇ, ਪੁੰਨ ਦਾਨ ਨਹੀਂ ਕਰਦੇ, ਕਿਉਂਕਿ ਪੁੰਨ ਦਾਨ ਕਰਿਆ ਫੇਰ ਮੁੜ ਕੇ ਜਨਮ ਧਾਰ ਕੇ ਲੈਣਾ ਪੈਂਦਾ ਹੈ, ਇਸ ਕਰਕੇ ਅਸੀਂ ਦਾਨ ਪੁੰਨ ਕਰਦੇ ਹੀ ਨਹੀਂ। ਸੰਤ ਆ ਗਏ। ਇਹ ਜਿਹੜਾ ਰਾਜਾ ਸੀ ਇਹਨਾਂ ਦੇ ਦੇਸ਼ ਦਾ, ਉਹਦੇ ਸਰੀਰ ਵਿੱਚ ਕੋਈ ਜਲਨਤਾ ਦੀ ਐਸੀ ਬਿਮਾਰੀ ਸੀ। ਉਹਨ ਬੜੇ ਯਤਨ ਕੀਤੇ, ਡਾਕਟਰਾਂ ਹਕੀਮਾਂ ਦੀਆਂ ਦਵਾਈਆਂ ਵਰਤੀਆਂ, ਰਾਜੀ ਨਾ ਹੋਇਆ। ਉਹ ਸੰਤਾਂ ਨੂੰ ਕਹਿਣ ਲੱਗਾ, ਮਹਾਰਾਜ ਕੋਈ ਰਾਜੀ ਕਰਨ ਦਾ ਉਪਾਅ ਦੱਸੋ। ਕਹਿੰਦੇ ਵੀ ਉਪਾਅ ਤਾਂ ਹੋ ਸਕਦਾ ਰਾਜਾ, ਜੇ ਬ੍ਰਹਮ ਗਿਆਨੀ ਦਾ ਤੇਲ ਕੱਢ ਕੇ ਤੇਰੇ ਤੇ ਮਲਿਆ ਜਾਵੇ ਤੂੰ ਰਾਜੀ ਹੋ ਸਕਦਾ। ਇਹ ਕਹਿਣ ਲੱਗਾ ਜੀ ਬ੍ਰਹਮ ਗਿਆਨੀ ਕਿੱਥੋਂ ਮਿਲਣ? ਕਹਿੰਦੇ ਸਾਰਾ ਦੇਸ਼ ਹੀ ਤੇਰਾ ਵਸਦਾ ਹੈ। ਉਹ ਸਾਰੇ ਕਹਿੰਦੇ ਸੀ ਬ੍ਰਹਮ ਗਿਆਨੀ ਹੈ। ਰਾਜੇ ਨੂੰ ਸਾਰਿਆਂ ਨੂੰ ਸੱਦ ਲਿਆ, ਬੁਲਾ ਲਏ, ਇਕੱਠੇ ਕਰ ਲਏ। ਕਹਿੰਦੇ ਕਿਉਂ ਵੀ ਤੁਸੀਂ ਬ੍ਰਹਮ ਗਿਆਨੀ ਹੋ? ਕਿ ਹਾਂ ਜੀ ਅਸੀਂ ਬ੍ਰਹਮ ਗਿਆਨੀ ਹੈ। ਰਾਜਾ ਕਹਿੰਦਾ ਫਿਰ ਇਉਂ ਗੱਲ ਹੈ ਜੀ, ਮੇਰੇ ਸਰੀਰ ਰਾਜੀ ਨਹੀਂ ਹੁੰਦਾ, ਇਹ ਤੁਸੀਂ ਕੋਈ ਖੁਸ਼ੀ ਨਾਲ ਆਪਦਾ ਸਰੀਰ ਦਿਓ, ਤੁਹਾਡਾ ਅਰਕ ਕੱਢ ਕੇ ਇਹ ਉੱਤੇ ਮਾਲਸ਼ ਕੀਤੀ ਜਾਵੇ ਤੇ ਫਿਰ ਮੈਂ ਰਾਜੀ ਹੋ ਜਾਊਂ। ਕਹਿੰਦੇ ਜੀ ਇਹ ਜੇ ਤਾਂ ਨਹੀਂ, ਅਸੀਂ ਬ੍ਰਹਮ ਗਿਆਨੀ ਉਹ ਮੀਆਂ ਮਜਨੂ ਵਾਂਗੂ ਲੱਡੂ ਪੇੜੇ ਖਾਣ ਵਾਲੇ ਬਣੇ ਬੈਠੇ ਸੀ। ਸੋ ਉਹ ਸਾਰੇ ਮੁੱਕਰ ਗਏ। ਕਹਿੰਦੇ ਐਵੇਂ ਨਾ ਰਾਜਾ ਧੱਕੇ ਨਾਲ ਨਾ ਇਹਨਾਂ ਨੂੰ ਚੀਰੀ। ਹੁਣ ਇੱਕ ਹੋਰ ਮਹਾਤਮਾ ਹੈ, ਉਹਨਾਂ ਕੋਲੇ ਜਾ। ਹੋਰ ਮਹਾਤਮਾ ਦੇ ਕੋਲੇ ਰਾਜਾ ਗਿਆ। ਉਹ ਕਹਿਣ ਲੱਗਾ ਮਹਾਰਾਜ ਆਪ ਆਗਿਆ ਕਰੋ, ਕੀ ਪਾਰ ਕੀ ਲਿਆਓ? ਕਹਿੰਦੇ ਨਹੀਂ, ਸਾਡਾ ਘੋੜਾ ਤਕੜਾ, ਆਪੇ ਹੀ ਚੱਲ ਕੇ ਆ ਜਾਵਾਂਗੇ। ਇਹ ਬਚਨ ਕੀਤਾ, ਆਪ ਸਰੀਰ ਨਾਲ ਤੁਰ ਕੇ ਆ ਗਏ। ਆ ਕਹਿੰਦੇ ਰਾਜਾ ਕੀ ਗੱਲ ਹੈ? ਕਹਿਣ ਲੱਗਾ ਜੀ ਤੁਸੀਂ ਬ੍ਰਹਮ ਗਿਆਨੀ ਹੋ? ਕਹਿੰਦੇ ਵੀ ਅਸੀਂ ਤਾਂ ਨਹੀਂ ਬ੍ਰਹਮ ਗਿਆਨੀ, ਬ੍ਰਹਮ ਗਿਆਨੀ ਤਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਅਸੀਂ ਬ੍ਰਹਮ ਗਿਆਨੀ ਕਿੱਥੇ ਹਾਂ? ਉਹਨਾਂ ਦੇ ਦਾਸਾਂ ਦੇ ਦਾਸ ਹੈ। ਤੂੰ ਗੱਲ ਦੱਸ, ਕੰਮ ਕੀ ਹੈ? ਕਹਿੰਦਾ ਜੀ ਬ੍ਰਹਮ ਗਿਆਨੀ ਦਾ ਤੇਲ ਕੱਢ ਕੇ ਮੇਰੇ ਸਰੀਰ ਤੇ ਮਾਲਸ਼ ਕੀਤੀ ਜਾਵੇ ਜੇ ਤੇ ਮੈਂ ਰਾਜੀ ਹੋ ਸਕਦਾ, ਮੇਰਾ ਕੋੜ ਮੇਰਾ ਦੁੱਖ ਹਟ ਸਕਦਾ। ਸੰਤ ਕਹਿੰਦੇ ਤੂੰ ਰਾਜੀ ਤਾਂ ਭਾਈ ਨਿਗਾਹ ਨਾਲ ਹੀ ਹੋ ਸਕਦਾ, ਤੇ ਜੇ ਤੂੰ ਸਰੀਰ ਹਾਜ਼ਰ ਹੈ, ਜੇ ਤਾਂ ਤੇਲ ਕੱਢਣਾ ਸਾਰਾ ਨਿਗਾਹ ਨਾਲ ਉਸ ਰਾਜੇ ਨੂੰ ਰਾਜੀ ਕਰਤਾ ਸੀ। ਇਸ ਪ੍ਰਕਾਰ ਸਾਧ ਸੰਗਤ ਜੀ ਬਣੇ ਹੋਏ ਬੜੇ ਬ੍ਰਹਮ ਗਿਆਨੀ ਹੈ, ਪਰ ਭਾਗਾਂ ਵਾਲਾ ਕੋਈ ਉਹ ਸਾਰਿਆਂ ਦਾ ਧਨੀ ਹੈ। ਗੁਰੂ ਸਾਹਿਬ ਜੀ ਕਹਿੰਦੇ ਹੈ ਜਿਹੜਾ ਐਸਾ ਬ੍ਰਹਮ ਵੇਤਾ ਹੈ, ਨਜ਼ਰ ਨਾਲ ਹੀ ਨਿਹਾਲ ਕਰਨ ਵਾਲਾ ਬ੍ਰਹਮ ਗਿਆਨੀ ਦ੍ਰਿਸ਼ਟ ਅੰਮ੍ਰਿਤ ਵਰਸੀ ਦੀ ਦਾਤ ਜੀ ਨੂੰ ਪ੍ਰਾਪਤ ਹੋਈ ਹੈ। ਇਹ ਬ੍ਰਹਮ ਗਿਆਨ ਦੇ ਲੱਛਣ ਗੁਰੂ ਸਾਹਿਬ ਆਪ ਹੀ ਜਾਣਦੇ ਹੈ। ਜਿਹਨੂੰ ਮਹਾਰਾਜ ਆਪ ਬਖਸ਼ਿਸ਼ ਕਰਨ ਉਹ ਦਾਸਾਂ ਦੇ ਦਾਸ ਬਣ ਕੇ ਲਾਭ ਉਠਾ ਸਕਦੇ ਹੈ। ਇਹ ਮਹਾਰਾਜ ਦੀ ਵਡਿਆਈ ਸਤਿਗੁਰੂ ਜੀ ਨੇ ਬ੍ਰਹਮ ਗਿਆਨ ਦੇ ਲੱਖਣ ਕੀਤੇ ਹਨ ਇਸ 8ਵੀਂ ਅਸ਼ਟਪਦੀ ਵਿੱਚ। ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी। वाहिगुरू जी का खालसा, वाहिगुरू जी की फतेह। ਤੇ ਆਪ ਜੀ ਨੇ ਪਰਮੇਸ਼ਰ ਅੱਗੇ ਅਰਦਾਸ ਕੀਤੀ ਹੈ ਕਿ ਮਹਾਰਾਜ ਨਿਰਗੁਣ ਨੂੰ ਕੋਈ ਸਮਝ ਨਹੀਂ, ਆਪ ਕਿਰਪਾ ਕਰੋ, ਆਪ ਬਖਸ਼ ਲਓ। ਪੰਜਵੀਂ ਅਸ਼ਟਪਦੀ ਜੀ ਗੁਰੂ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਦੀਆਂ ਦਿੱਤੇ ਹੋਏ ਪਦਾਰਥਾਂ ਨੂੰ ਜਿਹੜੀ ਅਮਾਨਤਾ ਜੀ ਉਹ ਪਰਮੇਸ਼ਰ ਲੈ ਲਵੇ। ਅਗਿਆਨੀ ਮਨ 'ਚ ਗੁੱਸਾ ਕਰਦਾ ਹੈ, ਚਾਹੀਦਾ ਇਹ ਹੈ ਜਿਸ ਦੀ ਚੀਜ਼ ਹੈ ਸਹੀ ਸਲਾਮਤ ਅਮਾਨਤ ਜਾਣ ਕੇ ਉਹਦੇ ਅੱਗੇ ਭੇਟਾ ਕਰੇ, ਵਾਹਿਗੁਰੂ ਦੀ ਆਗਿਆ ਨੂੰ ਸਿਰ ਮੱਥੇ ਤੇ ਮੰਨੇ, ਮਹਾਰਾਜ ਉਦੋਂ ਚੌਗੁਣਾ ਨਿਹਾਲ ਕਰੇਗਾ। ਇਸ ਕਰਕੇ ਜੇ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਦਾਤਾਂ 'ਚੋਂ 10ਵਾਂ ਹਿੱਸਾ ਵੀ ਨਹੀਂ ਖਰਚ ਕਰ ਸਕਦਾ ਤੇ ਜੇ ਮਹਾਰਾਜ ਸਾਰੀਆਂ ਹੀ ਖੋਲੇ ਪੇ ਕੀ ਕਰ ਸਕਦਾ ਹੈ। ਇਸ ਕਰਕੇ ਵਾਹਿਗੁਰੂ ਨਾਲ ਜ਼ੋਰ ਕਿਸੇ ਦਾ ਨਹੀਂ ਚੱਲ ਸਕਦਾ, ਉਹਦੀ ਆਗਿਆ ਵਿੱਚ ਸਾਨੂੰ ਵਰਤਣਾ ਚਾਹੀਦਾ ਹੈ। ਛੇਵੀਂ ਅਸ਼ਟਪਦੀ ਜਿਸ ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਤੈਨੂੰ ਪ੍ਰਾਪਤ ਹੋਇਆ ਹੈ, ਭੋਜਨ ਛਕਦਾ ਹੈ, ਸਭ ਤੇਰੀ ਵਡਿਆਈ ਹੈ, ਤੇਰੇ ਬਰਾਬਰ ਕੋਈ ਪਹੁੰਚ ਨਹੀਂ ਸਕਦਾ, ਤੂੰ ਸਾਰਿਆਂ ਨਾਲੋਂ ਸਤਿਕਾਰਯੋਗ ਹੈ।
ਉਸ ਨੂੰ ਕਦੇ ਸਿਮਰਨ ਵੀ ਕਰ, ਕਦੇ ਉਸ ਦੇ ਚਿੱਤ ਵੀ ਜੋੜ, ਅਕਿਰਤ ਕਰਨਾ ਏਡਾ ਦਾਣੋ। ਸੱਤਵੀਂ ਵਿੱਚ ਮਹਾਰਾਜ ਨੇ ਸਾਧਾਂ ਦੇ ਲੱਖਣ ਕਹੇ ਹੈ, ਅੱਠਵੀਂ ਵਿੱਚ ਬ੍ਰਹਮ ਗਿਆਨੀ ਦੇ ਲੱਛਣ ਕਹੇ ਹੈ। ਹੁਣ ਨੌਵੀਂ ਵਿੱਚ ਮਹਾਰਾਜ ਸਾਹਿਬ ਜੀ ਵੱਖੋ ਵੱਖਰੇ ਪ੍ਰਸ਼ਨਾਂ ਦੇ ਉੱਤਰ ਲੱਖਣ ਕਰਕੇ ਦੱਸਦੇ ਹਨ। ਸਲੋਕ ਪਹਿਲਾਂ ਅਪਰਸ ਦੇ ਲੱਖਣ ਸਿੱਖਾਂ ਨੂੰ ਪੁੱਛੇ ਹੈ, ਅਪਰਸ ਕੌਣ ਹੁੰਦਾ ਹੈ, ਤਾਂ ਹਜ਼ੂਰ ਫਰਮਾਉਂਦੇ ਹਨ। ਸਲੋਕ ਔਰ ਧਾਰੈ ਜੋ ਅੰਤਰ ਨਾਮ। ਇਹ ਭਾਈ ਜਿਹੜਾ ਔਰ ਹਿਰਦੇ ਦੇ ਅੰਦਰ ਧਾਰਨ ਕਰ ਲੈਂਦਾ ਹੈ, ਔਰ ਹਿਰਦੇ ਦੇ ਅੰਦਰ ਹੈ ਜੋ ਆਦਮੀ ਨਾਮ ਨੂੰ, ਪਰਮੇਸ਼ਰ ਨੂੰ ਧਾਰਦਾ ਵਸਾਉਂਦਾ ਹੈ। ਸਰਵ ਮੈਂ ਪੇਖੈ ਭਗਵਾਨ। ਨਾਮ ਨੂੰ ਵਸਾ ਕੇ ਪਾਰਸ ਕਲਾ ਜੀ ਦੇ ਉੱਤੇ ਵਰਤਦੀ ਹੈ। ਸਾਰਿਆਂ ਜੀ ਭਗਵਾਨ ਖੜ ਭਗਾ ਸਬਨ ਪਰਮੇਸ਼ਰ ਨੂੰ ਹੀ ਵੇਖਦਾ ਹੈ। ਸਰਵ ਰੂਪਾਂ ਦੇ ਅੰਦਰ, ਸਰਵ ਰੂਪ ਵਿੱਚ ਨਿਮਖ ਨਿਮਖ ਠਾਕੁਰ ਨਮਸਕਾਰ। ਲੱਗੀ ਹੋਏ ਅੱਖ ਦੇ ਖੋਲਣ ਮੀਚਣ ਜਿੰਨਾ ਚ ਰਤੀ ਕਾਲ ਚ ਉਸ ਠਾਕੁਰ ਸਵਾਮੀ ਨੂੰ ਬੰਦਨਾ ਕਰਦਾ ਹੋਵੇ, ਜਿਵੇਂ ਨਮਸਤੰ ਅਕਾਲੇ ਨਮਸਤੰ ਕਿਰਪਾਲੇ, ਹਰ ਵਕਤ ਹਿਰਦਿਓਂ ਲਾ ਕੇ ਮਹਾਰਾਜ ਨੂੰ ਨਮਸਕਾਰ ਕਰੇ। ਨਾਨਕ ਉਹ ਅਪਰਸ ਸਗਲ ਨਿਸਤਾਰ। ਸਤਿਗੁਰੂ ਜੀ ਕਹਿੰਦੇ ਨੇ ਉਹ ਅਪਰਸ ਨਾ ਛੋੜਨ ਵਾਲਾ ਪੁਰਖ ਹੈ। ਲੋਕ ਅਪਰਸੋਂ ਨੂੰ ਕਹਿੰਦੇ ਇੱਕ ਭੇਖ ਨੂੰ, ਜਿਹੜਾ ਕਿਸੇ ਦਾ ਪਰਛਾਵਾਂ ਬਣਾ ਲਵੇ। ਪਰਛਾਵਾਂ ਲਏ ਤੋਂ ਵੀ ਜਿਹੜਾ ਹਵਾ ਲੱਗੀ ਤੋਂ ਭਿੱਟਿਆ ਜਾਣ ਵਾਲਾ ਮੰਨਣ ਵਾਲਾ ਆਦਮੀ ਹੈ, ਉਹਨੂੰ ਅਪਰਸ ਕਹਿੰਦੇ ਹਨ। ਮਹਾਰਾਜ ਕਹਿੰਦੇ ਸਾਡੇ ਮੱਝ ਤਾਂ ਉਹ ਅਪਰਸ ਛੋਹਣ ਤੋਂ ਰਹਿਤ ਹੈ, ਨਿਰਲੇਪ ਰਹਿਣ ਵਾਲਾ, ਜਿਹੜਾ ਹਿਰਦੇ 'ਚ ਨਾਮ ਨੂੰ ਵਸਾਉਂਦਾ ਹੈ, ਸਾਰਿਆਂ 'ਚ ਪਰਮੇਸ਼ਰ ਨੂੰ ਵੇਖਦਾ ਹੈ, ਰਤੀ ਕਾਲ 'ਚ ਨਮਸਕਾਰਾਂ ਕਰਦਾ ਹੈ। ਉਹ ਐਸਾ ਅਸ਼ੋਭ ਪੁਰਖ ਕੁੱਲ ਦੁਨੀਆ ਨੂੰ ਤਾਰ ਸਕਦਾ ਹੈ। ਏਡਾ ਵੱਡਾ ਉਹਦੇ 'ਚ ਤਾਕਤ ਮਹਾਰਾਜ ਸਾਹਿਬ ਪਾ ਦਿੰਦੇ ਹਨ। ਅਸ਼ਟਪਦੀ ਦੇ ਲੱਖਣ ਹੋਰ ਕਹਿੰਦੇ ਹਨ ਪਹਿਲੀ ਪੌੜੀ ਵਿੱਚ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ। ਪਰਸ ਅਸ਼ੋਭ ਆਦਮੀ ਉਹ ਹੈ ਜਿਹੜਾ ਲਹਿਦਾ ਰਹਿਣ ਵਾਲਾ, ਸਾਰਿਆਂ ਤੋਂ ਅਸੰਗ, ਜਿਹਦੀ ਰਸਨਾ ਦੇ ਨਾਲ ਝੂਠ ਜਿਹੜਾ ਬੋਲਣਾ ਨਾ, ਇਹ ਪਰਸੇ ਲੱਗੇ ਹੀ ਨਾ। ਕਦੇ ਵੀ ਨਿੰਦਿਆ ਝੂਠ ਨਾ, ਨਿੱਠਰ ਵਖਾਨਾ, ਨਿੰਦਿਆ ਕਿਸੇ ਦੀ, ਝੂਠ ਬੋਲਣਾ, ਕਰੜੇ ਵਾਕ ਨਾ ਨਿਕਲਣ ਜਿਹਦੇ ਮੂੰਹ ਚੋਂ, ਉਹਦੀ ਰਸਨਾ ਨੂੰ ਪਰਸਣੀ ਨਾ। ਇਹ ਔਗਣ ਜਿਹੜੇ ਹਨ, ਐਸਾ ਜੀਵਨ ਹੋ ਜਾਵੇ ਜਿਸ ਦਾ ਮਨ ਮਹਿ ਪ੍ਰੀਤ ਨਿਰੰਜਨ ਦਰਸ। ਮਨ ਦੇ ਪ੍ਰੀਤੀ ਪਰਮੇਸ਼ਰ ਜੋ ਸੁੱਧ ਸਰੂਪ ਪਰਮੇਸ਼ਰ ਹੈ, ਉਹਦੇ ਦਰਸ਼ਨਾਂ ਦੀ ਪ੍ਰੀਤ ਮਨ ਵਿੱਚ ਲੱਗੀ ਹੋਈ ਹੋਵੇ। ਪਰ ਤ੍ਰਿਆ ਰੂਪ ਨਾ ਪੇਖੈ ਨੇਤਰ। ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੇ, ਪਰ ਇਸਤਰੀਆਂ ਚੰਗੇ ਰੂਪ ਵਾਲੀਆਂ ਵੇਖ ਕਰਕੇ ਵੱਡੀਆਂ ਨੂੰ ਮਾਵਾਂ, ਬਰਾਬਰ ਦੀਆਂ ਨੂੰ ਭੈਣਾਂ, ਛੋਟੀਆਂ ਨੂੰ ਧੀਆਂ ਜਾਣੇ। ਐਸਾ ਗੁਣ ਹੋਣਾ ਚਾਹੀਦਾ ਹੈ। ਅੱਖਾਂ ਕਰਕੇ ਵਿਸ਼ੇ ਦੀ ਦ੍ਰਿਸ਼ਟੀ ਦੇ ਨਾਲ, ਜਿਵੇਂ ਵੱਡਾ ਵਕਾਰੀ ਆਖਿਆ ਭਾਈ ਗੁਰਦਾਸ ਜੀ ਕਹਿੰਦੇ ਧੀ ਭੈਣੋਂ ਸੰਗੇ। ਕਿੱਦਾਂ ਵਕਰਮੀ ਹੋਵੇ ਆਦਮੀ, ਆਪਣੀ ਸਕੀ ਧੀ ਭੈਣ ਤੋਂ ਸਕੋਚ ਕਰਦਾ ਹੈ। ਇਸੇ ਪ੍ਰਕਾਰ ਪਰਾਈਆਂ ਇਸਤਰੀਆਂ ਦੇ ਰੂਪ ਨੂੰ ਅੱਖਾਂ ਨਾਲ ਵਿਸ਼ੇ ਦੀ ਦ੍ਰਿਸ਼ਟੀ ਨਾਲ ਨਾ ਦੇਖੇ। ਜਿਵੇਂ ਮਾਤਾ ਤੇ ਭੈਣ ਤੇ ਆਪਣੀ ਪੁੱਤਰੀ ਨੂੰ ਵੇਖੀਦਾ ਇਸ ਦ੍ਰਿਸ਼ਟੀ ਦੇ ਨਾਲ। ਪਰ ਪਾਹਨ ਤੁਲ ਤ੍ਰਿਆ ਪਰਮਾਤ ਹਮਾਰੇ ਦ੍ਰਿਸ਼ਟੇ ਕਲਗੀਧਰ ਜੀ ਨੇ ਕਿਹਾ ਰੱਖੇ ਹੀ ਜੀ। ਸਾਧ ਕੀ ਟਹਿਲ ਸੰਤ ਸੰਗ ਹੇਤ। ਅਤੇ ਸਰੀਰ ਕਰਕੇ ਸਾਧ ਦੀ ਟਹਿਲ ਕਰੇ। ਸਾਧ ਜਿਹੜੇ ਸਾਧਨਾ ਕਰਨ ਵਾਲੇ ਹੈ, ਸਾਧ ਜੋ ਸ੍ਰੇਸ਼ਟ ਪੁਰਖ ਹੈ, ਜਿਨ੍ਹਾਂ ਨਾਲ ਮਿਲ ਕੇ ਜੀਵਨ ਪਲਟਾ ਖਾ ਜਾਵੇ, ਜਿਨ੍ਹਾਂ ਨਾਲ ਮਿਲ ਕੇ ਮਨ ਦੇ ਵਿਕਾਰ ਮਿਟ ਜਾਣ, ਜਿਨ੍ਹਾਂ ਨਾਲ ਮਿਲ ਕੇ ਪਰਮੇਸ਼ਰ ਚੇਤੇ ਆਵੇ, ਉਹਨਾਂ ਦੀ ਹੱਥਾਂ ਨਾਲ ਟਹਿਲ ਕਰੇ। ਅਤੇ ਉਹਨਾਂ ਜਿਨ੍ਹਾਂ ਨੂੰ ਸਾਸ ਗਰਾਸ ਨਹੀਂ ਵਿਸਰਦਾ, ਉਹਨਾਂ ਪੁਰਖਾਂ ਦੇ ਨਾਲ ਸੰਗਤ ਕਰਨ ਦਾ ਹਿਤ ਕਰੇ, ਪ੍ਰੇਮ ਕਰੇ। ਕਰਨ ਨਾ ਸੁਣੈ ਕਾਹੂ ਕੀ ਨਿੰਦਾ। ਆਪਣਿਆਂ ਨੂੰ ਬੋਲੇ ਸਮਝ ਲਵੇ, ਕਿਸੇ ਦੀ ਨਿੰਦਿਆ ਕੰਨਾਂ ਨਾਲ ਸੁਣੇ ਹੀ ਨਾ। ਮਾਰੇ ਕੰਨਾਂ 'ਚ ਮੱਲੋ ਮੱਲੀ ਪੈ ਜਾਂਦੀ ਹੈ, ਬੁੱਝੇ ਕਿਵੇਂ ਦੇ ਲਈਏ, ਤਾਂ ਹਜ਼ੂਰ ਫਰਮਾਉਂਦੇ ਹਨ ਸਭ ਤੇ ਜਾਣੈ ਆਪਸ ਕਉ ਮੰਦਾ। ਨਿੰਦਿਆ ਸੁਣਨੋਂ ਉਦੋਂ ਹਟਿਆ ਜਾਂਦਾ ਹੈ ਜਦੋਂ ਸਾਰਿਆਂ ਨੂੰ ਆਪ ਨਾਲੋਂ ਮੰਦਾ ਸਮਝੇ, ਆਪ ਨੂੰ ਸਾਰਿਆਂ ਨਾਲੋਂ ਮੰਦਾ ਸਮਝੇ ਕਿ ਮੈਂ ਔਗਣਾ ਦਾ ਭਰਿਆ ਹੋਇਆ, ਮੇਰੇ ਨਾਲ ਸਾਰੇ ਉੱਚੇ ਹੈ, ਸਭ ਉੱਤੋਂ ਕਿਸ ਆਖੋਂ ਹੀਨਾ। ਆਪ ਨੂੰ ਸਾਰਿਆਂ ਨਾਲੋਂ ਮੰਦਾ ਸਮਝੇ ਜਦੋਂ, ਫਿਰ ਕੰਨਾਂ ਨਾਲੋਂ ਨਿੰਦਿਆ ਸੁਣਨੋਂ ਹਟ ਜਾਂਦਾ ਹੈ। ਇਹ ਦੋਸ਼ ਹਟ ਜਾਂਦਾ ਹੈ। ਗੁਰ ਪ੍ਰਸਾਦ ਵਿਖਿਆ ਪਰ ਹਰੈ। ਇਹ ਵਿਸ਼ੇ ਨਹੀਂ ਮਿਟਦੇ। ਮਹਾਰਾਜ ਸਾਹਿਬ ਕਹਿੰਦੇ ਗੁਰਾਂ ਦੀ ਕਿਰਪਾ ਨਾਲ
ਇਹਨਾਂ ਵਿਖਿਆਂ ਨੂੰ ਮਾਇਆ ਨੂੰ ਪਰਹਰੇ ਦੂਰ ਕਰੇ ਤਿਆਗ ਦੇਵੇ। मन की वासना मन ते टरै। ਮਹਾਰਾਜ ਜੀ ਉਤੋਂ ਤਾਂ ਕਈ ਲੋਕ ਦਮਨ ਕਰ ਲੈਂਦੇ ਇੰਦਰੀਏ, ਪਰ ਮਨ ਨਹੀਂ ਰੁਕਦਾ। ਹਜ਼ੂਰ ਕਹਿੰਦੇ ਮਨ ਕੀ ਵਾਸਨਾ, ਜਿਹੜੀ ਮਨ ਦੇ ਅੰਦਰ ਵਾਸਨਾ ਹੈ ਨਾ ਸ਼ਬਦ ਸਪਰਸ਼ ਰੂਪ ਰਸ ਗੰਧ ਦੀ, ਇਹ ਗੁਰਾਂ ਦੇ ਸ਼ਬਦ ਦੇ ਮੰਨਣ ਕਰਨੇ ਕਰਕੇ ਟਲਦੀ ਹੈ। ਮੰਨਣ ਕਰ ਲਵੇ, ਗੁਰੂ ਸਾਹਿਬ ਦੇ ਸ਼ਬਦ ਨੂੰ ਉਪਦੇਸ਼ ਨੂੰ ਕਮਾ ਲਵੇ, ਤਾਂ ਜੇ ਕਿਆ ਮੰਨੇ ਕੀ ਗਤ ਕਹੀ ਨਾ ਜਾਏ। ਇਹ ਮਨ ਦੀ ਵਾਸਨਾ ਮਨ ਵਿੱਚੋਂ ਹੀ ਟਾਲ ਦੇਵੇ, ਇੰਦਰੀਆਂ ਤੱਕ ਇਹਦੇ ਨਾਲ ਸੰਬੰਧ ਨਾ ਹੋਣ ਦੇਵੇ, ਫੇਰ ਇਹ ਮਨ ਰੁਕਦਾ ਹੈ। इंद्री जित पंच दोख ते रहत। ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ, ਪੰਜੇ ਗਿਆਨ ਇੰਦਰੀਆਂ ਨੂੰ, ਪੰਜੇ ਕਰਮ ਇੰਦਰੀਆਂ ਨੂੰ ਜਿੱਤਿਆ ਹੋਇਆ ਹੋਵੇ ਵਿਸ਼ਿਆਂ ਵੱਲੋਂ, ਪੰਜੇ ਸ਼ਬਦ ਸਪਰਸ਼ ਰੂਪ ਰਸ ਗੰਧ ਇਹਨਾਂ ਦੋਸ਼ਾਂ ਤੋਂ ਕਲੰਕਾਂ ਤੋਂ ਰਹਿਤ ਹੋਵੇ। नानक कोट मध्य को ऐसा अपरस। ਸਤਿਗੁਰੂ ਜੀ ਕਹਿੰਦੇ ਕਰੋੜਾਂ ਦੇ ਵਿੱਚੋਂ ਇਹੋ ਜਿਹਾ ਕੋਈ ਹੈ ਭਾਈ ਜਿਹੜਾ ਕਿਸੇ ਨਾਲ ਨਹੀਂ ਛੋਹਦਾ, ਉਹ ਅਸੰਗ ਪੁਰਖ ਮੰਨਿਆ ਜਾਂਦਾ। ਪਾਪ ਪੁੰਨ ਕਾ ਲੇਪ ਨਾ ਲਾਗੈ, ਐਸਾ ਉਹ ਸਰੂਪ ਜੀਵਨ ਬਣ ਜਾਂਦਾ ਹੈ। ਉਹਨੂੰ ਅਸੰਗ ਸਮਝੋ ਦੁਨੀਆ ਵਿੱਚ, ਜਿਹਦੇ ਅੰਦਰੋਂ ਇਹ ਔਗੁਣ ਸਾਰੇ ਮਿਟ ਗਏ ਹਨ। ਉਹ ਕਰੋੜਾਂ ਵਿੱਚੋਂ ਹੈ ਕੋਈ ਕੋਈ ਐਸਾ ਜਿਹਾ ਨਾ ਛੋਹਣ ਵਾਲਾ, ਜਿਹੜਾ ਹਵਾ ਲੱਗੇ ਤੋਂ ਪਿੱਟਿਆ ਜਾਂਦਾ, ਪਰਛਾਵੇਂ ਤੋਂ ਪਿੱਟਿਆ ਜਾਂਦਾ ਹੈ। ਇਹ ਜਿਹੇ ਪਰਸਾਂ ਤੋਂ ਕੀ ਲੈਣਾ ਹੈ। वैष्णो सो जिस ऊपर सो प्रसन्न। ਮਹਾਰਾਜ ਜੀ ਵਿਸ਼ਨੂੰ ਜੀ ਦਾ ਉਪਾਸ਼ਕ ਵੈਸ਼ਨੋ ਕੌਣ ਹੋ ਸਕਦਾ ਹੈ? ਮਹਾਰਾਜ ਕਹਿੰਦੇ ਭਾਈ ਵੈਸ਼ਨੋ ਸੋ, ਵਿਸ਼ ਨਾਮ ਹੈ ਸ੍ਰਿਸ਼ਟੀ ਦਾ, ਅਨ ਨਾਮ ਹੈ ਚੇਸ਼ਟਾ ਦਾ। ਜਿਹੜਾ ਕੁੱਲ ਸ੍ਰਿਸ਼ਟੀ ਦੀ ਚੇਸ਼ਟਾ ਕਿਰਿਆ ਕਰਾਉਂਦਾ ਹੈ ਉਸ ਪਰਮੇਸ਼ਰ ਦਾ ਵੈਸ਼ਨੋ ਭਗਤੋ ਹੈ। ਕਬੀਰ ਜੀ ਨੇ ਕਿਹਾ ਜਿਵੇਂ ਕੋਈ, ਰਵਿਦਾਸ ਜੀ ਨੇ ਕਿਹਾ ਜਿਵੇਂ ਕੁਲ ਸਾਧ ਵੈਸ਼ਨੋ ਹੋਏ, ਵਰਨ ਵਰਨ ਰੰਕ ਨਹੀਂ ਇਸੇ ਬਿਮਲ ਬਾਸ ਜਾਨੀ ਜਗ ਸੋਏ। ਉਸ ਵੈਸ਼ਨੋ ਦੇ ਲੱਖਣ ਕਰਦੇ ਜਿਹੜਾ ਉੱਥੇ ਕਿਹਾ ਭਗਤਵਾਣੀ ਚ ਬਲਾਵਲ ਦੀ ਚ। ਵੈਸ਼ਨੋ ਹੋ ਸਕਦਾ ਭਾਈ ਜਿਹੜਾ ਗੰਢਾ ਨਾ ਖਾਵੇ ਅਤੇ ਇਸੇ ਪ੍ਰਕਾਰ ਲਸਣ ਨਾ ਖਾਵੇ, ਉਹ ਵੈਸ਼ਨੋ ਕਹਾਉਂਦੇ। ਆਪਣੇ ਆਪ ਨੂੰ ਸ਼ਰਾਬ ਨਾ ਪੀਵੇ, ਉਹ ਵੈਸ਼ਨੋ ਕਹਾਉਂਦੇ ਹੈ। ਪਰ ਸਾਧ ਸੰਗਤ ਜੀ ਵੈਸ਼ਨੋ ਹੋ ਸਕਦਾ ਹੈ ਜਿਸ ਵਿੱਚ ਇਹ ਗੁਣ ਆਉਣ। वैष्णो ਤੰਬਾਕੂ सो ਛੱਡਦੇ ਨਹੀਂ, ਕਹਾਉਂਦੇ ਵੈਸ਼ਨੋ ਹੈ। वैष्णो सो जिस ऊपर सो प्रसन्न। ਵੈਸ਼ਨੋ ਪਰਮੇਸ਼ਰ ਦਾ ਭਗਤ ਉਹ ਹੈ ਜਿਹੜਾ ਮਦਰਾ ਮਾਸ ਤੋਂ ਬਚਿਆ ਹੋਇਆ, ਉਹ ਸਮਝੋ ਜਿਸ ਦੇ ਹਿਰਦੇ ਜਿਸ ਉੱਪਰ, जिस ऊपर सो प्रसन्न। ਜਿਨ੍ਹਾਂ ਦੇ ਤੇ ਸੋ ਭਲੀ ਪ੍ਰਕਾਰ ਪਰਮੇਸ਼ਰ ਪ੍ਰਸੰਨ ਹੋਇਆ ਹੈ। विष्णु की माया ते होए भिन्न। ਉਹ ਵਿਸ਼ਿਆਂ ਨੂੰ ਪੈਦਾ ਕਰਨ ਵਾਲੀ ਜਿਹੜੀ ਮਾਇਆ ਹੈ ਇਹ ਤੋਂ ਵੱਖਰਾ ਹੋ ਜਾਵੇ। ਵਿਸ਼ਨੂੰ ਭਗਵਾਨ ਦੀ ਜਿਹੜੀ ਮਾਇਆ ਹੈ, ਜਿਹਨੂੰ ਕਿਹਾ ਗੀਤਾ ਚ ਮਮ ਮਾਇਆ ਧਰਤਿਆ, ਮੇਰੀ ਮਾਇਆ ਬੜੀ ਕਠਿਨ ਕਰਨੀ, ਇਸ ਤੋਂ ਵੱਖਰਾ ਹੋ ਜਾਵੇ, ਇਹਨਾਂ ਦੇ ਵਿਸ਼ਿਆਂ ਤੋਂ ਸੁਤੰਤਰ ਹੋ ਜਾਵੇ। कर्म करत ਇਹ होवे। ਛੋੜ ਵਹਿ ਤੋਂ ਛੂਟੇ ਨਹੀਂ। ਜੇ ਕੋਈ ਛੱਡ ਕੇ ਤਿਆਗੀ ਬਣੇ ਫੇਰ ਵੀ ਛੁੱਟਦੀ ਨਹੀਂ। ਜੋ ਸੰਚੇ ਤੋਂ ਭਾਵ ਮਨ ਮਾਹੀ, ਇਸੀ ਮੈਂ ਜਿਸ ਕੀ ਪਤ ਰੱਖ ਹੈ, ਤੇ ਸਾਧੂ ਚੌਰ ਢਾਲੀਏ। ਜਿਹਦੀ ਮਾਰਾ ਇੱਜ਼ਤ ਰੱਖਿਆ ਹੋਵੇ, ਮਾਇਆ ਚ ਮਨ ਨਾ ਜਿਹਦਾ ਜੁੜੇ, ਜੋ ਮਾਰਨ ਕੇ ਗौ ਕਰ ਪਕੜੀ ਨਾ ਆਈ ਹਾਥ, ਪ੍ਰੀਤ ਕਰੀ ਚਾਲੀ ਨਹੀਂ ਸਾਥ, ਕਹੋ ਨਾਨਕ ਜੋ ਤਿਆਗ ਦੇਈ, ਤਬ ਉਸ ਚਰਨੀ ਆ ਸਰਨੀ ਆਏ ਪਈ, ਦਿਲੋਂ ਛੁੱਟ ਜੇ ਜਿਸ ਦੇ ਅੰਦਰੋਂ। ਸੋ ਇਸ ਪ੍ਰਕਾਰ ਮਾਇਆ ਤੋਂ ਵੱਖਰਾ ਹੋ ਜੇ, ਮਨ ਸੁਤੰਤਰ ਹੋ ਜਾਵੇ ਵਿਸ਼ਨ ਭਗਵਾਨ ਦੀ ਮਾਇਆ ਤੋਂ। ਮਨ ਜਿਹੜਾ ਹੈ ਇਹਦੇ ਜਿਹੜੇ ਰਾਜਸੀ ਤਾਮਸੀ ਸਾਂਤਕੀ ਸੁਭਾਅ ਹੈ, ਉਹ ਪੋਹ ਨਾ ਸਕਣ ਤੁਰਿਆ ਪਰ ਚਿਸਤ ਹੋਵੇ ਤਾਂ ਭਿੰਨ ਵੱਖਰਾ ਹੋਇਆ ਜਾਂਦਾ ਹੈ। कर्म करत होवे निह कर्म। ਕਰਮਾਂ ਨੂੰ ਕਰਦਾ ਹੋਇਆ ਨਿਸ਼ਕਾਮੀ ਹੋ ਜਾਵੇ, ਕਾਮਨਾ ਨਾ ਇੱਛਾ ਰੱਖੇ, ਕਾਹੂ ਫਲ ਕੀ ਇੱਛਾ ਨਹੀਂ ਬਾਛੇ। ਇਸ ਪ੍ਰਕਾਰ ਦਾ ਕਰਮਾਂ ਨੂੰ ਕਰਦਾ ਹੋਇਆ ਨਿਸ਼ਕਾਮੀ ਹੋਵੇ। ਇਹ ਸਾਰੀ ਗੀਤਾ ਦੇ ਚ ਆ ਗਈ। ਅਰਜਨ ਨੂੰ ਕਹੇ, ਅਰਜਨ ਆਪਣਾ ਛਤਰੀਪਣੇ ਦਾ ਕਰਮ ਕਰਦਾ ਹੋਇਆ, ਫਿਰ ਇਹਦਾ ਮਹਾਨ ਨਾ ਕਰ ਹਾਰ ਜਿੱਤਦਾ। ਸੋ ਇਹਦੇ ਚ ਆ ਗਈ ਇਸ ਤੁਕ ਵਿੱਚ। ਸੋ ਕਰਮਾਂ ਨੂੰ ਕਰਦਾ ਹੋਇਆ, ਕਰਮਾਂ ਦੀ ਵਾਸ਼ਨਾ ਤੋਂ ਫਲ ਤੋਂ ਰਹਿਤ ਹੋ ਕੇ ਨਿਸ਼ਕਾਮੀ ਹੋਵੇ। ਸੇਵਾ ਕਰਤ ਹੋਏ ਨਿਹਕਾਮੀ, ਕਿਸਕੋ ਹੋਤ ਪ੍ਰਾਪਤ ਸੁਆਮੀ। जिस वैष्णो का निर्मल धर्म। ਉਸ ਵੈਸ਼ਨੋ ਵਿਸ਼ਨੂੰ ਦੇ ਉਪਾਸ਼ਕ ਦਾ, ਵੈਸ਼ਨੋ ਭਗਤ ਦਾ ਉਜਲ ਧਰਮ ਸਮਝਿਆ ਜਾ ਸਕਦਾ ਹੈ। काहू फल की इच्छा नहीं बाछै। ਜਿਹੜਾ ਕੋਈ ਜਪ ਤਪ ਕਰਕੇ ਕਿਸੇ ਫਲ ਦੀ ਇੱਛਾ ਕਰਨੀ ਹੈ ਕਿ ਮੇਰਾ ਮਾਰਾ ਮੈਨੂੰ ਆਹ ਫਲ ਪ੍ਰਾਪਤ ਹੋ ਜੇ, ਜਪ ਦਾ ਮੈਨੂੰ ਇਹ ਤਪ ਦਾ ਫਲ ਪ੍ਰਾਪਤ ਹੋ ਜੇ, ਉਹ ਤਾਂ ਸਾਧ ਸੰਗਤ ਜੀ ਜਿਵੇਂ ਕਿਹਾ ਫਲੋਹਾਰ ਕੀਏ ਫਲ ਵਰਤ ਆਦਿਕਾਂ ਦਾ
ਫਲ ਉਦੋਂ ਚਲਿਆ ਜਾਂਦਾ ਜਿਹੜਾ ਫਲੋਹਾਰ ਆਦਮੀ ਕਰ ਲਵੇ। ਇਸ ਪ੍ਰਕਾਰ ਹੈ, ਜਦੋਂ ਇੱਛਾ ਕਰ ਲੈਂਦਾ ਨਾ ਉਦੋਂ ਨਿਸ਼ਕਾਮ ਜਿਹੜਾ ਹੋਣਾ ਨਾ ਮਨ ਨੇ ਸ਼ੁੱਧ ਹੋ ਕੇ ਮਨ ਪਰਮੇਸ਼ਰ ਵੱਲ ਜੁੜਨਾ। ਇਹ ਵਾਸ਼ਨਾ ਰੂਪ ਫਲ ਖਾਣੇ ਕਰਕੇ ਉਹ ਵਰਤ ਨਹੀਂ ਰਹਿੰਦਾ ਉਸ ਆਦਮੀ ਦਾ ਸ਼ੁੱਧ ਚਿੱਤ ਨਹੀਂ ਰਹਿੰਦਾ ਜਦੋਂ ਕਾਮਨਾ ਕਰ ਲੈਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਕਿਸੇ ਫਲ ਦੀ ਵੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਦੁਨੀਆ ਦੇ ਫਲਾਂ ਦੀ ਕੋਈ ਇੱਛਾ ਨਾ ਵਾਂਛੇ ਚਾਹੇ ਨਾ। ਜਿਹੜਾ ਪਰਮੇਸ਼ਰ ਦੀ ਵਾਸ਼ਾ ਕਰਦਾ ਉਹ ਨਿਸ਼ਕਾਮੀ ਹੈ, ਜਿਹੜਾ ਪਦਾਰਥਾਂ ਦੀ ਇੱਛਾ ਕਰਦਾ ਉਹ ਸਕਾਮੀ ਹੈ। ਕਿਸੇ ਫਲ ਦੀ ਇੱਛਾ ਨੂੰ ਵਾਂਛੇ ਚਾਹੇ ਹੀ ਨਾ। ਕੇਵਲ ਭਗਤ ਕੀਰਤਨ ਸੰਗ ਰਾਚੈ। ਕੇਵਲ ਇੱਕੋ ਇੱਕ ਪਰਮੇਸ਼ਰ ਦੀ ਭਗਤੀ ਦੇ ਨਾਲ, ਪਰਮੇਸ਼ਰ ਦੇ ਕੀਰਤਨ ਦੇ ਨਾਲ ਹਰ ਵਕਤ ਮਨ ਰਚਿਆ ਰਹੇ ਜਸ ਗਾਉਣ ਵਿੱਚ। ਮਨ ਤਨ ਅੰਤਰ ਸਿਮਰਨ ਗੋਪਾਲ। ਮਨ ਦੇ ਅੰਦਰ ਵੀ ਸਿਮਰਨ ਕਰੇ ਅਕਾਲ ਪੁਰਖ ਦਾ, ਪ੍ਰਿਥਵੀ ਦੇ ਪਾਲਕ ਦਾ। ਤਨ ਅੰਦਰ ਵੀ ਰੋਂ ਰੋਂ ਜੀ ਸਿਮਰਨ ਕਰੇ ਗੋਪਾਲ ਪ੍ਰਿਥਵੀ ਦੇ ਪਾਲਕ ਦਾ। ਸਭ ਉਪਰ ਹੋਵਤ ਕਿਰਪਾਲ। ਇੰਨਾ ਤੇਜ ਨਾ ਹੋ ਵੀ ਦੋਹਾਂ ਨੂੰ ਮੈਂ ਫੂਕ ਦੂੰ ਤੁਹਾਨੂੰ ਸਰਾਫ ਦੇ ਕੇ। ਨਾ ਇਹੋ ਜਿਹਾ ਨਰਮ ਹੋਵੇ, ਸਾਰਿਆਂ ਦੇ ਉੱਤੇ ਕਿਰਪਾਲੂ ਹੋਣ ਵਾਲਾ ਹੋਵੇ, ਸਭ ਦੇ ਉੱਤੇ ਬਖਸ਼ਿਸ਼ ਕਰਨ ਵਾਲਾ ਹੋਵੇ। ਆਪ ਦਿਰੜੈ ਅਵਰਹਿ ਨਾਮ ਜਪਾਵੈ। ਆਪ ਦਿਲ ਪੱਕਾ ਵਸਿਆ ਹੋਵੇ ਨਾਮ ਮਨ ਚ। ਤੇ ਫੇਰ ਕਹਿੰਦੇ ਨੇ ਮੰਤਰ ਦਿੰਦੇ ਫਲਾਨਾ ਸੰਤ ਨੇ ਇੰਨਾ 500 ਨੂੰ ਮੰਤਰ ਦਿੱਤਾ। ਇਹ ਗੱਲ ਨਹੀਂ ਪਹਿਲਾਂ ਹੋਣੀ ਚਾਹੀਦੀ। ਪਹਿਲਾਂ ਆਪ ਦਿਲ ਹੋਵੇ ਤੇ ਇਹਦੇ ਚ ਭੁੱਲੇ ਨਾ ਕਰੇ, ਫੇਰ ਹੋਰਨਾਂ ਨੂੰ ਮਹਾਰਾਜ ਦਾ ਨਾਮ ਜਪਾਵੇ ਪ੍ਰੇਮ ਕਰਕੇ। ਨਾਨਕ ਉਹ ਵੈਸ਼ਨੋ ਪਰਮਗਤ ਪਾਵੈ। ਐਸਾ ਜੋ ਵੈਸ਼ਨਵ ਹੈ ਤਿਆਗੀ ਮਲ ਮਾਸ ਆਦਿਕਾਂ ਦਾ, ਉਹ ਪਰਮ ਗਤੀ ਨੂੰ ਪਾ ਸਕਦਾ ਹੈ। ਭਗਉਤੀ ਭਗਵੰਤ ਭਗਤ ਕਾ ਰੰਗ। ਭਗਉਤੀ ਇੱਕ ਰਾਸਧਾਰੀਆਂ ਦਾ ਪੰਥ ਵੀ ਹੈ ਤੇ ਭਗਉਤੀ ਪੰਥ ਵੀ ਹੈ। ਸੋ ਮਹਾਰਾਜ ਕਹਿੰਦੇ ਭਗਉਤੀ ਭਗਵੰਤ ਦੀ ਉਪਾਸਨਾ ਕਰਨ ਵਾਲੇ ਉਹ ਹੈ। ਭਗਉਤੀ ਭੇਖ ਹੈ ਇੱਕ, ਜਿਨ੍ਹਾਂ ਨੂੰ ਭਗਵੰਤ ਪਰਮੇਸ਼ਰ ਦਾ ਰੰਗ ਪ੍ਰੇਮ ਚੜਿਆ ਹੋਇਆ ਹੈ। ਸਗਲ ਤਿਆਗੈ ਦੁਸ਼ਟ ਕਾ ਸੰਗ। ਦੁਸ਼ਟਾਂ ਪੁਰਖਾਂ ਦੇ ਕੁਸੰਗਤ ਨੂੰ ਸਾਰੀ ਦਾ ਤਿਆਗ ਕਰੇ ਜਿਹੜਾ ਪੁਰਸ਼। ਮਨ ਤੇ ਬਿਨਸੈ ਸਗਲਾ ਭਰਮ। ਕਿਉਂ ਨਾ ਕਹੇ ਲਿਆਓ ਮਾਸ ਲਿਆਓ ਸ਼ਰਾਬ, ਸਾਧਾਂ ਨੂੰ ਕੀ ਲੱਗ ਚੱਲਿਆ ਆਪਾਂ ਅਤੀਤੀ ਹੈ। ਨਾ ਦੁਸ਼ਟਤਾਈ ਵਾਲਾ ਸੰਗ ਸਾਰਿਆਂ ਦਾ ਛੱਡ ਦੇਵੇ, ਉੱਕਾ ਹੀ ਨਾ ਕਰੇ ਐਸੇ ਦੁਸ਼ਟਾਂ ਪੁਰਖਾਂ ਦਾ। ਮਨ ਤੇ ਬਿਨਸੈ ਸਗਲਾ ਭਰਮ। ਮਨ ਦੇ ਅੰਦਰ ਜਿਹੜਾ ਭਰਮ ਹੈ, ਭੇਦ ਭਰਮ ਕਰਤੱਵ ਪਰਮਾਤਮ ਸਾਰਾ ਹੀ ਨਾਸ਼ ਹੋ ਜਾਵੇ। ਕਰ ਪੂਜੈ ਸਗਲ ਪਾਰ ਬ੍ਰਹਮ। ਸਾਰਿਆਂ ਚ ਵਾਹਿਗੁਰੂ ਦੀ ਜੋਤ ਜਾਣ ਕਰਕੇ ਉਸ ਪਰਮੇਸ਼ਰ ਦਾ ਪੂਜਨ ਕਰੇ। ਸਾਧ ਸੰਗ ਪਾਪਾ ਮਲ ਖੋਵੈ। ਆਤਮਾ ਦੀ ਸੰਗਤ ਕਰਕੇ ਜਿਹੜੀ ਪਾਪਾਂ ਦੀ ਮੈਲ ਹੈ ਜਨਮਾਂ ਜਨਮਾਂ ਦੀ ਇਕੱਠੀ ਹੋਈ, ਉਹਨੂੰ ਖੋ ਦੇਵੇ, ਮੇਟ ਦੇਵੇ। ਤਿਸ ਭਗਉਤੀ ਕੀ ਮਤ ਊਤਮ ਹੋਵੇ। ਭਗਵੰਤ ਦਾ ਪ੍ਰੇਮੀ ਉਹਦੀ ਬੁੱਧੀ ਜਿਹੜੀ ਹੈ ਉੱਤਮ ਪਰਮਾਰਥ ਦੀ ਪ੍ਰਾਪਤੀ ਵਾਲੀ ਹੁੰਦੀ ਹੈ। ਭਗਵੰਤ ਕੀ ਟਹਿਲ ਕਰੈ ਨਿਤ ਨੀਤ। ਭਗਵਾਨ ਪਰਮੇਸ਼ਰ ਦੀ ਭਗਤੀ ਜਿਹੜੀ ਕਰਨੀ ਹੈ ਟਹਿਲ ਕਰੇ ਨਿਤਾ ਪ੍ਰਤੀ ਨਿਤ ਰੂਪ ਦੀ ਪ੍ਰਾਪਤੀ ਵਾਸਤੇ। ਮਨ ਤਨ ਅਰਪੈ ਬਿਸ਼ਨ ਪ੍ਰੀਤ। ਮਨ ਤੇ ਤਨ ਨੂੰ ਬਿਸਨਾਮ ਸੰਸਾਰ ਦੀ ਅਨਚੇਸ਼ਟਾ ਕਰਾਉਣ ਵਾਲਾ ਜੋ ਸਵਾਮੀ ਹੈ, ਉਹਦੀ ਪ੍ਰੀਤੀ ਚ ਮਨ ਤੇ ਤਨ ਆਪਦਾ ਅਰਪ ਦੇਵੇ। ਹਰ ਕੇ ਚਰਨ ਹਿਰਦੈ ਬਸਾਵੈ। ਅਕਾਲ ਪੁਰਖ ਦੇ ਪਵਿੱਤਰ ਚਰਨਾਂ ਨੂੰ ਹਿਰਦੇ ਚ ਵਸਾਉਣਾ ਕਰੇ। ਨਾਨਕ ਐਸਾ ਭਗਉਤੀ ਭਗਵੰਤ ਕਉ ਪਾਵੈ। ਕਹਿੰਦੇ ਇਹ ਜਿਹੜਾ ਭਗਉਤੀ ਹੈ ਨਾ, ਭਗਤੀ ਆ ਰਾਸਧਾਰੀ ਆ, ਉਹ ਭਗਵੰਤ ਪਰਮੇਸ਼ਰ ਨੂੰ ਪਾ ਸਕਦਾ ਹੈ। ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਪੰਡਤ ਦੇ ਲੱਖਣ ਕਹੋ ਹਜ਼ੂਰ ਕਹਿੰਦੇ ਨੇ। ਸੋ ਪੰਡਿਤ, ਪੰਡਾ ਨਾਮ ਬੁੱਧੀ ਦਾ ਹੈ, ਤਤ ਨਾਮ ਹੈ ਸ਼ਾਸਤਰਾਂ ਦੇ ਸਿਧਾਂਤ ਦਾ। ਜਿਹਦੀ ਬੁੱਧੀ ਸ਼ਾਸਤਰਾਂ ਦੇ ਸਿਧਾਂਤ ਦੇ ਜਾਣਨ ਨੂੰ ਕੁਸ਼ਲ ਹੋਵੇ, ਚਤੁਰ ਹੋਵੇ, ਉਹਨੂੰ ਪੰਡਤ ਕਹੀਦਾ। ਸੋ ਹਜ਼ੂਰ ਪੰਡਤ ਦੇ ਲੱਖਣ ਕਰਦੇ ਹਨ। ਸੋ ਪੰਡਤ ਜੋ ਮਨ ਪ੍ਰਬੁੱਧ ਹੈ। ਪੰਡਤ ਵਿਦਵਾਨ ਉਹ ਹੈ ਜਿਹੜਾ ਮਨ ਨੂੰ ਪਰ ਵਿਸ਼ੇਸ਼ ਕਰਕੇ ਬੁੱਧ ਹੈ, ਸਮਝਾਉਣਾ ਕਰੇ, ਬੋਧ ਦੇਵੇ, ਗਿਆਨ ਦੇਵੇ, ਆਪਣੇ ਮਨ ਨੂੰ ਸਮਝਾਵੇ। ਰਾਮ ਨਾਮ ਆਤਮ ਮਹਿ ਸੁਧ ਹੈ। ਰਾਮ ਜੋ ਰਵੰਤੀ ਰਾਮਾ, ਰਾਮ ਦਾ ਨਾਮ ਹੈ, ਉਹ ਮਨ ਦੇ ਵਿੱਚ ਉਹਦੀ ਸੁਧ ਕਰੇ, ਉਸ ਨੂੰ ਆਤਮਾ ਮਨ ਦੇ ਵਿੱਚ ਰਾਮ ਦੇ ਨਾਮ ਦੁਆਰਾ ਆਤਮ ਮੈਂ ਸੋਧੇ। ਆਤਮ ਮਨ ਦੇ ਵਿੱਚ ਸੋਧ ਵਿਚਾਰ ਕਰੇ ਰਾਮ ਦੇ ਨਾਮ ਦੀ। ਰਾਮ ਨਾਮ ਸਾਰ ਰਸ ਪੀਵੈ। ਰਾਮ ਦਾ ਨਾਮ ਅਸਲੀ ਰਸ ਹੈ ਸਾਰਿਆਂ ਰਸਾਂ ਨਾਲੋਂ, ਵਿਸ਼ੇ ਰਸ ਚੋਂ, ਵਿਕਾਰਾਂ ਚੋਂ, ਦੁਨੀਆ ਦੇ ਹੋਰਨਾਂ ਜੋਗ ਰਸ ਚੋਂ, ਭੋਗ ਰਸ ਚੋਂ। ਸਾਰ ਅਸਲੀ ਪਰਮੇਸ਼ਰ ਦੇ ਨਾਮ ਦਾ ਰਸ ਹੈ, ਤਤ
ਉਸ ਨੂੰ ਪੀਣਾ ਕਰੇ। उस पंडित कै उपदेश जग ਐਸਾ ਜਿਹੜਾ जीवै। ਪੰਡਿਤ ਵਿਦਵਾਨ ਹੈ ਉਹਦੇ ਉਪਦੇਸ਼ ਨੂੰ ਸੁਣ ਕੇ ਸਾਰਾ ਜਗਤ ਜੀਵਨ ਮੁਕਤ ਹੋ ਸਕਦਾ ਹੈ, ਸਾਰਿਆਂ ਨੂੰ ਜ਼ਿੰਦਗੀ ਪ੍ਰਾਪਤ ਹੋ ਸਕਦੀ, ਜਿਉਂਦੇ ਹੋ ਸਕਦੇ ਹੈ। हर की कथा हृदय बसावै। ਹਰਿ ਦੀ ਜੋ ਸਰੂਪ ਲਖਣਾ ਵਾਲੀ ਤੇ ਤਸਤੀ ਲਖਣਾ ਵਾਲੀ ਕਥਾ ਹੈ, ਸਰਗੁਣ ਰੂਪ ਧਾਰ ਕੇ ਆਪਦੇ ਭਗਤਾਂ ਦੀ ਰੱਖਿਆ ਕਰਦਾ ਹੈ। ਨਿਰਾਕਾਰ ਰੂਪ ਸਾਰਿਆਂ ਦਾ ਆਤਮਾ ਰੂਪ ਹੋ ਕੇ ਪ੍ਰਾਪਤ ਮੈਂ ਸੁਣੀਏ। ਅਵਰ ਅਵਰ ਵਿਦ ਬਕੀਆ ਸੁਕਨ ਬਕਨ ਕਥਨ ਰਹਿਤਾ, ਸੁਣੀ ਬੁਝੀਏ ਸੁਣੀਏ ਅਵਰ ਤੇ ਹੋਰ ਤਰੀਕੇ ਨਾਲ ਸੁਣੀ ਦੀ ਹੈ ਕਿ ਉਹ ਭਗਤਾਂ ਦੀ ਰੱਖਿਆ ਕਰਦਾ, ਬੁਝੀ ਦੀ ਆਪਣਾ ਆਤਮਾ ਰੂਪ ਜਾਣ ਕਰਕੇ। ਬਕਨ ਤੇ ਕਸਮ ਤੋਂ ਰਹਿ ਤੋਂ ਆਨੰਦ ਹੈ, ਉੱਥੇ ਮੈਂ ਬਣ ਕੇ ਕਹੀ ਨਹੀਂ ਜਾ ਸਕਦੀ, ਤੂੰ ਬਣ ਕੇ ਸੁਣੀ ਨਹੀਂ ਜਾ ਸਕਦੀ। ਇਉਂ ਬਕਤਵ ਕਰਨ ਤੋਂ ਤੇ ਸੁਣਨ ਤੋਂ ਰਹਿਤ ਹੈ ਜਿਹੜੀ ਆਪਣਾ ਆਪ ਸਰੂਪ, ਐਸੇ ਸਰੂਪ ਦੇ ਤਾਂ ਹੀ हर की कथा हृदय बसावै। ਸਰੂਪ ਲੱਖਣਾਂ ਦੁਆਰਾ ਤੇ ਤਸਤੀ ਲੱਖਣਾਂ ਦੁਆਰਾ ਹਰੀ ਦੀ ਕਥਾ ਨੂੰ ਹਿਰਦੇ 'ਚ ਵਸਾਉਣਾ ਕਰੇ। सो पंडित फिर जोन ना ਐਸਾ ਜੋ ਵਿਦਵਾਨ आवे। ਹੈ ਮੁੜ ਕੇ ਫਿਰ ਜੂਨਾ 'ਚ ਨਹੀਂ ਆਵੇਗਾ, ਮੁਕਤ ਹੋ ਜਾਏਗਾ। वेद पुराण सिमरत बूझै मूल। ਵੇਦਾਂ ਦੇ ਵਿੱਚ ਮੂਲ ਤੱਤ ਸਰੂਪ ਦਾ ਜੋ ਕਥਨ ਹੈ, ਪੁਰਾਣਾਂ ਦੇ ਵਿੱਚ ਉਹ ਮੂਲ ਰੂਪ ਕਥਨ ਹੈ ਪਰਮੇਸ਼ਰ ਦਾ, ਉਹਦੇ ਤਾਂ ਹੀ ਬੁੱਝਣਾ ਕਰੇ, ਸਮਝਣਾ ਕਰੇ ਕਿ ਉਹ ਮੂਲ ਰੂਪ ਪਰਮੇਸ਼ਰ ਦੇ ਤਾਂ ਹੀ ਸਾਰੇ ਕਹਿੰਦੇ ਹਨ। ਵੇਦ ਸ਼ਾਸਤਰ वेद पुराण सिमरत बूझै ਸਿਮਰਤੀਆਂ ਜਿਸ मूल। ਪਰਮੇਸ਼ਰ ਦੀ ਪ੍ਰਾਪਤੀ ਕਹਿੰਦੀ ਹੈ, ਪੁਰਾਣ ਜਿਸ ਨੂੰ ਸਰਗੁਣ ਰੂਪ ਧਾਰ ਕੇ ਰੱਖਿਆ ਕਰਦਾ ਕਹਿੰਦੇ ਹੈ, ਅਤੇ ਵੇਦ ਜਿਸ ਦੇ ਤਾਂ ਹੀ ਏਕਮੇਵ ਅਦੁੱਤੀ ਰੂਪ ਬ੍ਰਹਮ ਕਰਕੇ ਕਥਨ ਕਰਦੇ ਹੈ, ਉਸ ਮੂਲ ਰੂਪ ਕਾਰਨ ਰੂਪ ਨੂੰ ਸਮਝਣਾ ਕਰੇ। सूक्ष्म मह जानੈ अस्थूल। ਸੂਖਮ ਮੈਂ ਜਾਣਾ ਸੂਖਮ ਸ੍ਰਿਸ਼ਟੀ 'ਚ ਜਿਵੇਂ ਹਿਰਨ ਗਰਭ ਹੈ ਸਾਰਿਆਂ ਦੀ ਸੁਪਨ ਅਵਸਥਾ ਦਾ ਮਾਨੀ, ਅਤੇ ਇਸੇ ਪ੍ਰਕਾਰ ਅਸੂਲ ਵਿਰਾਟ ਹੈ ਜਿਸ ਪ੍ਰਕਾਰ ਸਾਰੇ ਆਕਾਰਾਂ ਦਾ ਮਾਨੀ। ਇਹ ਸੂਖਮ ਵਿਰਾਟ ਦੇ ਵਿੱਚ ਦੇ ਤਾਂ ਹੀ ਸੂਖਮ ਦੇ ਵਿੱਚ ਹਿਰਨ ਗਰਭ ਵਿੱਚ ਜਾਣੇ, ਹਿਰਨ ਗਰਭ ਨੂੰ ਵਿਰਾਟ ਵਿੱਚ ਜਾਣੇ। ਜਿਵੇਂ ਇਵੇਂ ਸੂਖਮ ਜੋ ਨਿਰਗੁਣ ਸਰੂਪ ਹੈ ਉਹਦੇ ਵਿੱਚ ਹੀ ਇਹ ਸਾਰਾ ਸਥੂਲ ਜਿੰਨਾ ਪਸਾਰਾ ਬ੍ਰਹਿਮੰਡਾਂ ਖੰਡਾਂ ਦਾ ਬਣਿਆ ਹੋਇਆ ਹੈ, ਇਉਂ ਜਾਣਨਾ ਕਰੇ। ਅਸੂਲ ਜੋ ਸੰਸਾਰ ਹੈ ਇਹਦੇ ਚ ਸੂਖਮ ਰੂਪ ਜੋਤ ਹੈ, ਉਸ ਨੂੰ ਜਾਣਨਾ ਕਰੇ। ਨਿਰਗੁਣ ਸਰੂਪ ਸੂਖਮ ਰੂਪ ਹੈ, ਸਰਗੁਣ ਸਰੂਪ ਵਿਰਾਟ ਰੂਪ ਹੈ। ਇਸ ਪ੍ਰਕਾਰ ਸੂਖਮ ਸਥੂਲ ਵਿੱਚ, ਸਥੂਲ ਦੇਹਾਂ ਵਿੱਚ ਵੀ, ਸੂਖਮ ਦੇਹਾਂ ਵਿੱਚ ਵੀ, ਮੂਲ ਕਾਰਨ ਦੇਹਾਂ ਵਿੱਚ ਵੀ, ਸਾਰੇ ਚ ਉਸ ਨੂੰ ਅੰਤਰਜਾਮੀ ਨੂੰ ਪ੍ਰਕਾਸ਼ ਦਾ ਰੂਪ ਕਰਕੇ ਜਾਣੇ। ਇਹ ਸੂਖਮ ਮੈਂ ਜਾਣੇ ਅਸਥੂਲ, ਅਸਥੂਲ ਸੰਸਾਰ ਵਿੱਚ ਸੂਖਮ ਰੂਪ ਸਾਰੇ ਪਿੰਡਾਂ ਵਿੱਚ ਦੇਹਾਂ ਵਿੱਚ ਉਸ ਸੂਖਮ ਤੇ ਅਸਥੂਲ, ਨਿਰਗੁਣ ਤੇ ਸਰਗੁਣ ਸਰੂਪ ਤੇ ਵਿਰਾਟ ਤੇ ਹਿਰਨ ਗਰਭ ਤੇ ਸੂਤਰ ਆਤਮਾ ਰੂਪ ਇੱਕੋ ਹੀ ਪਰਮੇਸ਼ਰ ਜੋਤੀ ਸਰੂਪ ਹੈ। ਉਸ ਮੂਲ ਰੂਪ ਨੂੰ ਸਮਝਣਾ ਕਰੇ। ਇਹ ਵੇਦ ਸ਼ਾਸਤਰ ਸਿਮਰਤੀਆਂ ਦਾ ਕਾਰਨ ਹੈ, ਉਸ ਨੂੰ ਸਿਧਾਂਤ ਹੈ, ਉਸ ਨੂੰ ਬੁੱਝਣਾ ਕਰੇ। ਸੂਖਮ ਜੀਵ ਜਿਹੜਾ ਹੈ ਸਾਖੀ ਰੂਪ, ਉਹਦੇ ਚ ਸਥੂਲ ਸਾਰਾ ਵਿਰਾਟ ਰੂਪ ਆਪ ਹੀ ਬਣਿਆ ਹੋਇਆ ਹੈ, ਕਿਉਂ ਜਾਣ ਕੇ ਨਿਹਾਲ ਹੋਵੇ। ਕਹੋ ਵਰਨਾ ਕਹੋ ਦੇ ਉਪਦੇਸ਼। ਸੂਖਮ ਤੇ ਸੂਖਮ ਕਰ ਚੀਨੇ ਬਿਰਦਨ ਬਿਰਦ ਬਤਾਏ। ਸੂਖਮਾਂ ਚੋਂ ਸੂਖਮ ਹੈ, ਪਰਮਾਣੂ ਆਦਿਕ ਵੀ ਜਿਹੜੇ ਹੈ ਇਹ ਵੀ ਜੋਗੀ ਧਿਆਨ ਨਾਲ ਵੇਖ ਲੈਂਦੇ, ਇਦੋਂ ਵੀ ਸੂਖਮ ਹੈ। ਉਹ ਆਕਾਰ ਧਾਰੀ ਨਹੀਂ ਹੈ। ਅਸੂਲ ਵਿਰਾਟ ਤੋਂ ਵਿਰਾਟ ਵੱਡੇ ਤੋਂ ਵੱਡਾ ਹੈ। ਬਿਰਦਨ ਬਿਰਦ ਬਤਾਇਓ ਉਸ ਪ੍ਰਵੇਸ਼ ਨੂੰ। ਸੂਖਮ ਵੀ ਆਪ ਆਪੇ ਸੂਖਮ ਆਪੇ ਅਸੂਲਾ, ਲਖੀ ਨੇ ਜਾਈ ਨਾਨਕ ਲੀਲਾ। ਐਸਾ ਵਿਆਪਕ ਰੂਪ ਨਿਰਗੁਣ ਸਰਗੁਣ ਰੂਪ ਇੱਕੋ ਹੀ ਜਾਣੇ। ਕਹੋ ਵਰਨਾ ਕਹੋ ਦੇ ਉਪਦੇਸ਼। ਚੌਹਾਂ ਵਰਨਾਂ ਨੂੰ, ਖੱਤਰੀਆਂ ਨੂੰ, ਬਾਹਮਣਾਂ ਨੂੰ, ਸੂਦਰਾਂ ਨੂੰ, ਸਾਰਿਆਂ ਨੂੰ ਉਪਦੇਸ਼ ਦੇਵੇ। ਇਹ ਨਾ ਹੋਵੇ ਕਿ ਖੱਤਰੀਆਂ ਨੂੰ ਅਧਿਕਾਰੀ ਜਾਣ ਕੇ ਉਪਦੇਸ਼ ਦੇਣਾ ਬ੍ਰਾਹਮਣ ਨੇ, ਤੇ ਸੂਦਰਾਂ ਤੇ ਬੈਸਾਂ ਨੂੰ ਦੇਣਾ ਹੀ ਨਹੀਂ। ਚੌਹਾਂ ਵਰਨਾਂ ਦੀ ਇਸਤਰੀ ਨੂੰ ਅਧਿਕਾਰ ਹੀ ਨਹੀਂ, ਕਹਿੰਦੇ ਮਨੁ ਸਿਮਰਤੀ 'ਚ ਵੇਦ ਦਾ ਅਧਿਕਾਰ ਹੀ ਨਹੀਂ, ਗਾਇਤਰੀ ਮੰਤਰ ਪੜ੍ਹਨ ਦਾ ਅਧਿਕਾਰ ਨਹੀਂ। ਸਭਨਾਂ ਨੂੰ ਉਪਦੇਸ਼ ਲੈਣਾ ਕਰੇ ਚੌਹਾਂ ਵਰਨਾਂ ਵਿੱਚੋਂ। ਨਾਨਕ ਉਸ ਪੰਡਤ ਕਉ ਸਦਾ ਆਦੇਸ਼। ਉਸ ਵਿਦਵਾਨ ਨੂੰ ਗੁਰੂ ਸਾਹਿਬ ਜੀ ਕਹਿੰਦੇ ਸਦਾ ਵਾਸਤੇ ਨਮਸਕਾਰ ਹੈ। ਉਹ ਦੇਸ਼ ਕਾਲ ਆਸਤਾ ਤੋਂ ਪਰਮੇਸ਼ਰ ਜੋ ਪਰੇ ਹੈ, ਉਹਦੇ ਹਿਰਦੇ 'ਚ ਆਇਆ ਹੋਇਆ ਹੈ। ਬੀਜ ਮੰਤਰ ਸਰਬ ਕੋ ਗਿਆਨ। ਜੋ ਬੀਜ ਮੰਤਰ ਇੱਕੋ ਓੰਕਾਰ ਮੰਤਰ ਹੈ, ਇਹਦੇ ਕਰਕੇ ਸਭ ਨੂੰ ਗਿਆਨ ਹੋ ਸਕਦਾ ਹੈ। ਜੋ ਵੀ ਜਪ ਲਵੇ, ਇਹ ਕਹਿੰਦੇ ਹੈ ਇਸ ਨੂੰ ਬ੍ਰਾਹਮਣ ਹੀ ਉਪਦੇਸ਼ ਦੇ ਸਕਦਾ ਹੈ, ਛਤਰੀ ਸੁਣ ਹੀ ਸਕਦਾ ਹੈ,
ਸੂਦਰ ਸੁਣੀ ਨਹੀਂ ਸਕਦੇ। ਨਹੀਂ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ। ਜੋ ਬੀਜ ਕਾਰਨ ਰੂਪ ਬ੍ਰਹਮ ਹੈ, ਉਹਦਾ ਸਤਨਾਮ ਮੰਤਰ ਕਰਕੇ ਸਭ ਨੂੰ ਗਿਆਨ ਹੋ ਸਕਦਾ ਹੈ। ਸਭ ਵਾਸਤੇ ਸਾਂਝਾ ਉਪਦੇਸ਼ ਮਹਾਰਾਜ ਜੀ ਨੇ ਦਿੱਤਾ ਹੈ। ਬੀਜ ਮੰਤਰ ਸਰਵ ਕੋ ਗਿਆਨ, ਜੋ ਦੁਨੀਆ ਦੇ ਅੰਦਰ ਹੈ ਸਾਰਿਆਂ ਦਾ ਕਾਰਨ ਰੂਪ ਪਰਮੇਸ਼ਰ ਹੈ ਜਿਹੜਾ, ਉਸ ਦੇ ਮੰਤਰ ਕਰਕੇ ਸਭ ਨੂੰ ਬ੍ਰਹਮ, ਉਸ ਬ੍ਰਹਮ ਦਾ ਗਿਆਨ ਹੋ ਸਕਦਾ ਹੈ। ਬੀਜ ਮੰਤਰ ਦਾ ਭਾਵੇਂ ਸਾਰਿਆਂ ਨੂੰ ਸਮਾਨ ਮਾਤਰ ਦਾ ਗਿਆਨ ਸਾਰਿਆਂ ਨੂੰ ਹੈਗਾ। ਨਿਆਣੇ ਨੂੰ ਪੁੱਛੀ, ਉਹ ਵੀ ਉਂਗਲੀ ਆਕਾਸ਼ ਵੱਲ ਕਰਨ ਦਾ ਵੀ ਉਹ ਰੱਬ ਹੈ, ਪਰ ਇਹ ਤਾਂ ਨਹੀਂ ਨਾ ਪਤਾ ਵੀ ਉਹ ਵਿਸ਼ੇਸ਼ ਰੂਪ ਕੈਸਾ ਹੈ। ਇਉਂ ਇਹ ਗੁਰੂ ਸਾਹਿਬ ਦੇ ਜੋ ਬੀਜ ਮੰਤਰ ਹੈ, ਮੰਤਰ ਬੀਜ ਚੌਹਾਂ ਜਾਤਾਂ ਦਾ ਬੀਜ ਹੈ। ਵਾਹਿਗੁਰੂ ਮੰਤਰ ਵਾਸਦੇਵ ਦਾ ਬੀਜ ਹੈ ਅਤੇ ਹਰ ਦਾ ਬੀਜ ਹੈ, ਗੋਬਿੰਦ ਦਾ ਬੀਜ ਹੈ, ਰਾਮ ਦਾ ਬੀਜ ਹੈ। ਜੋ ਵਾਹਿਗੁਰੂ ਮੰਤਰ ਹੈ, ਇਸ ਗੁਰਮੰਤਰ ਕਰਕੇ ਬੀਜ ਮੰਤਰ ਇੱਕੋ ਓਂਕਾਰ ਕਰਕੇ ਜੋ ਕਾਰਨ ਰੂਪ ਬ੍ਰਹਮ ਹੈ, ਉਹਦੇ ਮੰਤਰ ਕਰਕੇ ਸਭ ਨੂੰ ਵਾਹਿਗੁਰੂ ਦਾ ਗਿਆਨ ਹੋ ਸਕਦਾ ਹੈ। ਚਹੁ ਵਰਨਾ ਮਹਿ ਜਪੈ ਕੂ ਨਾਮ, ਚਹੁ ਵਰਨਾ ਚ ਖੱਤਰੀ ਬ੍ਰਾਹਮਣ ਸੂਰਵੈ ਚ ਕੋਈ ਨਾਮ ਜਪ ਲੈ, ਸਭ ਨਿਹਾਲ ਹੋ ਸਕਦੇ ਹਨ। ਜੋ ਜੋ ਜਪੈ ਤਿਸ ਕੀ ਗਤ ਹੋਇ, ਜਿਹੜਾ ਮਹਾਰਾਜ ਦੇ ਨਾਮ ਨੂੰ ਜਪੇਗਾ ਉਹਦੀ ਗਤ ਕਲਿਆਣ ਹੋ ਜਾਵੇਗੀ। ਸਾਧ ਸੰਗ ਪਾਵੈ ਜਨ ਕੋ, ਕੋਈ ਆਦਮੀ ਹੋਵੇ ਜਿਹੜਾ ਸੰਗਤ ਕਰਕੇ ਪ੍ਰਾਪਤ ਕਰੇਗਾ ਨਾਮ ਨੂੰ, ਸਾਧ ਸੰਗਤ ਨੂੰ ਪਾਵੇਗਾ, ਉਹ ਨਿਹਾਲ ਹੋ ਜਾਏਗਾ। ਕਰ ਕਿਰਪਾ ਅੰਤਰ ਔਰ ਧਾਰੈ, ਜਿਨ੍ਹਾਂ ਤੇ ਕਿਰਪਾ ਦ੍ਰਿਸ਼ਟੀ ਕਰਕੇ ਮਾਰਾ ਅੰਦਰ ਹਿਰਦੇ ਔਰ ਹਿਰਦੇ ਦੇ ਅੰਦਰ ਹੈ ਧਾਰਨ ਕਰਾ ਦਿੰਦਾ, ਵਸਾ ਦਿੰਦਾ ਹੈ ਨਾਮ। ਪਸ ਪ੍ਰੇਤ ਮੁਗਧ ਪਾਥਰ ਕਉ ਤਾਰੈ, ਉਹਨਾਂ ਦਾ ਪਸ਼ੂਆਂ ਦਾ ਵੀ ਉਧਾਰ ਕਰ ਦਿੰਦਾ ਹੈ, ਪ੍ਰੇਤਾਂ ਦਾ ਵੀ ਉਧਾਰ ਕਰ ਦਿੰਦਾ ਹੈ, ਮੁਗਧ ਬਿਸਮਝਾਂ ਦਾ ਵੀ, ਪੱਥਰਾਂ ਦਾ ਵੀ ਉਧਾਰ ਕਰ ਦਿੰਦਾ ਹੈ। ਐਸਾ ਪਰਮੇਸ਼ਰ ਦਾ ਨਾਮ ਹੈ। ਪਸ਼ੂਆਂ ਦਾ ਉਧਾਰ ਸਾਧ ਸੰਗਤ ਜੀ ਵੇਖੋ, ਐਰਾਪਦ ਹਾਥੀ ਜਿਹੜਾ ਸੀ, ਉਹ ਤੰਦੂਏ ਨੇ ਜਿਸ ਵੇਲੇ ਪਕੜ ਲਿਆ ਸੀ, ਇਹਦੇ ਸਿਮਰਨ ਦਾ ਪ੍ਰਤਾਪ ਕਰਕੇ ਇਹਦੀ ਰੱਖਿਆ ਕੀਤੀ। ਪ੍ਰੇਤ ਜੂਨ ਚ ਪਿਆ ਹੋਇਆ ਸੀ ਪਾਲਣੀ ਮੁਨੀ, ਸਤਿਗੁਰੂ ਨਾਨਕ ਸਾਹਿਬ ਜੀ ਨੇ ਕਾਂਸੀ ਜਾ ਕੇ ਜਿਸ ਵੇਲੇ ਉਸ ਮੰਦਰ ਦੇ ਵਿੱਚ ਮਰਦਾਨੇ ਤੋਂ ਕੀਰਤਨ ਕਰਾਇਆ, ਉਹ ਕੀਰਤਨ ਕਰਨ ਤੋਂ ਸਾਧ ਸੰਗਤ ਜੀ ਪ੍ਰੇਤ ਜੂਨ ਤੋਂ ਛੁੱਟ ਕੇ ਪਾਲਣੀ ਮੁਨੀ ਕਹਿੰਦਾ, ਅੱਜ ਮਹਾਰਾਜ ਮੈਂ ਬਕੁੰਠ ਨੂੰ ਚੱਲਿਆ, ਤੁਹਾਡੀ ਕਿਰਪਾ ਕਰਕੇ ਮੈਂ ਵਿਆਹ ਕਰਨ ਮਹਾਰਾਜ ਜੀ ਬਣਾਉਣ ਦੀ ਇੱਛਾ ਸੀ। ਮੈਂ ਇਸ ਮੰਦਰ ਦਾ ਮੋਹ ਸੀ ਕੁਟੀਆ ਦਾ, ਇਸ ਕਰਕੇ ਪ੍ਰੇਤ ਜੂਨ ਨੂੰ ਮੈਂ ਪੈ ਗਿਆ ਸੀ। ਪ੍ਰੇਤ ਬਣ ਕੇ ਵਿਆਹ ਕਰਨ ਸਾਰਾ ਪੂਰਾ ਕੀਤਾ ਸੀ। ਤੁਸੀਂ ਮੇਰੇ ਤੇ ਕਿਰਪਾ ਕੀਤੀ, ਮੈਨੂੰ ਛੁਡਾ ਲਿਆ। ਇਸ ਪ੍ਰਕਾਰ ਸਾਧ ਸੰਗਤ ਜੀ ਪਸ਼ੂਆਂ ਨੂੰ ਵੀ ਤੇ ਗੁਰੂ ਨੌਵੇਂ ਪਾਤਸ਼ਾਹ ਨੇ ਪ੍ਰੇਤ ਦੀ ਜੂਨ ਨੂੰ ਜਿਵੇਂ ਛੁਡਾਇਆ ਸੀ, ਭੂਤਾਂ ਵਾਲੀ ਹਵੇਲੀ 'ਚ ਸਤਿਗੁਰੂ ਦਾ ਸ਼ਹੀਦੀ ਦੇ ਨੇੜੇ ਹੀ ਆ ਰਿਹਾ ਹੈ। ਮਹਾਰਾਜ ਸਾਹਿਬ ਜੀ ਦੇ ਗੰਨਿਆਂ ਦੀਆਂ ਛਿਲਕਾਂ ਚੂਬ ਕੇ ਪ੍ਰੇਤ ਦੀ ਕਲਿਆਣ ਹੋ ਗਈ ਸੀ। ਇਸ ਪ੍ਰਕਾਰ ਪਸ਼ੂਆਂ ਨੂੰ ਤੇ ਪ੍ਰੇਤਾਂ ਨੂੰ ਮੁਗਧ ਪਾਥਰ ਕਉ ਤਾਰੈ, ਜਿਹੜੇ ਬਸਮਝਿਆ ਗੁੰਗਾ ਸੀ ਜਿਵੇਂ ਤੇ ਨਾਲੇ ਬੋਲਾ ਸੀ, ਗੀਤਾ ਦੇ ਅਰਥ ਕਰਾ ਕੇ ਸੱਚੇ ਪਾਤਸ਼ਾਹ ਜੀ ਨੇ ਪੰਡਤ ਲਾਲ ਨੂੰ ਪੰਜੋਖਰ ਸਾਹਿਬ ਵਿੱਚ ਹਰਾ ਦਿੱਤਾ ਸੀ ਤੇ ਸਿੱਖ ਗੁਰੂ ਸਾਹਿਬ ਦਾ ਬਣ ਗਿਆ ਸੀ। ਉਹ ਬਸਮਝਿਆਂ ਨੂੰ ਇਹ ਜਿਹੀਆਂ ਗੁੰਗਿਆਂ ਨੂੰ ਝਿਉਰਾਂ ਛੱਜੂ ਆਦਿਕਾਂ ਤੋਂ ਗੀਤਾ ਦੇ ਅਰਥ ਕਰਾ ਦਿੱਤੇ ਸੀ ਤੇ ਪੱਥਰਾਂ ਤਾਂ ਹੀ ਰਾਮਚੰਦਰ ਨੇ ਰਾਮ ਨਾਮ ਲਿਖ ਕੇ ਤਾਰਤਾ ਸੀ। ਪੱਥਰਾਂ ਵਰਗੇ ਜਿਹੜੇ ਪਾਪੀ ਸੀ ਉਹਨਾਂ ਦੇ ਵਿਤਾਈ ਵੀ ਤਾਰਤਾ। ਸੋ ਇਹ ਸੱਚੇ ਪਾਤਸ਼ਾਹ ਆਪਦਾ ਪਵਿੱਤਰ ਨਾਮ, ਪਸ਼ੂਆਂ ਵਰਗੇ ਜਿਹੜੇ ਲੋਕ, ਪਸ਼ੂ ਜਿਵੇਂ ਜੁੜਨ ਦਾ ਕੰਮ ਕਰਦੇ ਆ, ਹਰ ਵਕਤ ਵਿਹਾਰਾਂ ਜੁੜੇ ਹੀ ਰਹਿੰਦੇ ਆ, ਜਿਹੜੇ ਸੰਤਾਨ ਪੈਦਾ ਕਰਦੇ ਆ ਅਤੇ ਖਾ ਲੈਂਦੇ ਆ, ਸੌਂ ਲੈਂਦੇ ਆ, ਡਰ ਜਾਂਦੇ ਆ, ਡਰਾ ਲੈਂਦੇ ਆ, ਇਹ ਪਸ਼ੂਆਂ ਵਾਲੇ ਸੁਭਾਅ ਹੈ। ਜਿਨ੍ਹਾਂ ਦੇ ਇਹੋ ਜਿਹੇ ਸੁਭਾਅ ਸੀ ਉਹਨਾਂ ਦੀ ਵੀ ਕਲਿਆਣ ਕਰਤੀ। ਪ੍ਰੇਤ ਜਿਹੜੇ ਸਾਧ ਸੰਗਤ ਜੀ ਹਰ ਵਕਤ ਪ੍ਰੇਤ ਦੀ ਨਿਆਈ ਪਰਾਈ ਨਿੰਦਿਆ ਹੀ ਕਰਦੇ, ਮੈਲ ਹੀ ਖਾਂਦੇ ਸਨ ਜਿਹੜੇ ਲੋਕ, ਉਹ ਪ੍ਰੇਤਾਂ ਦੀ ਨਿਆਈ ਤਮਾਕੂ ਪੀਣ ਵਾਲੇ ਪ੍ਰੇਤਾਂ ਤੋਂ ਘੱਟ ਨਹੀਂ ਹਨਗੇ। ਇਸ ਪ੍ਰਕਾਰ ਦੇ ਪ੍ਰੇਤ ਜੂਨੀ ਦੇ ਵਿੱਚ ਪਏ ਹੋਏ ਜਿਹੜੇ ਜਿਉਂਦੇ ਹੀ ਪ੍ਰੇਤ ਹਨ। ਸੋ ਇਸ ਪ੍ਰਕਾਰ ਪ੍ਰੇਤ ਪਵਿੱਤਰ ਹੋਏ ਜਿਹੜੇ ਜੂਨਾਂ ਨੂੰ ਪ੍ਰਾਪਤ ਹੋਏ ਹਨ, ਜੋ ਪਰਮੇਸ਼ਰ ਦੇ ਸਿਮਰਨ ਤੋਂ ਬੇਮੁਖ ਹੈ। ਮਹਾਰਾਜ ਕਹਿੰਦੇ ਕਲ ਮੈਂ ਪ੍ਰੇਤ ਜੀ ਨਹੀਂ ਰਾਮ ਨਾ ਪਛਾਤਾ। ਉਹ ਕਲਯੁਗ ਪ੍ਰੇਤ ਹੀ ਹੈ ਸਾਰੇ, ਜਿਹਨਾਂ ਨੂੰ ਪਰਮੇਸ਼ਰ ਨੂੰ ਨਹੀਂ ਪਛਾਣਿਆ। ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੇ ਮਾਨਸ ਵਰਤੇ, ਬਿਰਲੇ ਹੋਮੈ ਮਾਰੀ। ਸੋ ਪਰਮੇਸ਼ਰ ਨੂੰ ਪਛਾਣਿਆ ਨਹੀਂ, ਉਹ ਪ੍ਰੇਤਾਂ ਦਾ ਵੀ ਉਧਾਰ ਕੀਤਾ। ਮੁਗਧ ਜਿਹੜੇ ਬੇਸਮਝ ਸਨ, ਗਿਆਤ ਤੋਂ ਹੀਣੇ, ਪੱਥਰਾਂ ਵਰਗੇ ਜੜ ਸਨ, ਪਾਪੀ ਭਾਰੇ ਡੁੱਬਣ ਵਾਲੇ, ਉਹਨਾਂ ਸਾਰਿਆਂ ਨੂੰ ਮਹਾਰਾਜ ਦਾ ਨਾਮ ਧਾਰ ਦਿੰਦਾ ਹੈ। ਸਰਬ ਰੋਗ ਕਾ ਔਖਦ ਨਾਮ, ਸਾਰੇ ਜਿੰਨੇ ਮਾਨਸਿਕ ਰੋਗ ਹੈ, ਸਰੀਰਕ ਰੋਗ ਹੈ, ਵਾਇਕ ਰੋਗ ਹੈ,
ਇਹ ਸਾਰਿਆਂ ਦਾ ਪਰਮੇਸ਼ਰ ਦਾ ਨਾਮ ਹੀ ਦੁਆਈ ਹੈ। ਅਗਿਆਨ ਆਦਿਕ ਰੋਗਾਂ ਸਮੇਤ ਕਲਿਆਣ ਰੂਪ ਮੰਗਲ ਗੁਣ ਮਹਾਰਾਜ ਗਾਮ। ਸਾਹਿਬ ਦਾ ਜਿਹੜਾ ਨਾਮ ਹੈ ਇਹ ਕਲਿਆਣ ਮੁਕਤ ਰੂਪ ਕਰਨ ਵਾਲਾ ਹੈ, ਅਤੇ ਜਿਹੜਾ ਗੁਣਾਂ ਨੂੰ ਗਾਉਂਦਾ ਨੂੰ ਮੰਗਲ ਆਨੰਦ ਕਰਨ ਵਾਲਾ ਹੈ, ਪ੍ਰਸੰਨ ਕਰਨ ਵਾਲਾ ਹੈ, ਖੁਸ਼ੀਆਂ ਪੈਦਾ ਕਰਨ ਵਾਲਾ ਹੈ। ਇਹ ਸਰੂਪ ਦੀ ਪ੍ਰਾਪਤੀ ਰੂਪ ਮੁਕਤੀ ਦੇਣ ਵਾਲਾ ਸ਼ਲੋਕ ਸਮੀਪ ਸਰੂਪ ਸੁਜੋਜੋ। ਇਹ ਚਾਰੇ ਵਕੁੰਠ ਦੀਆਂ ਮੁਕਤੀਆਂ। ਸਰੂਪ ਦੀ ਪ੍ਰਾਪਤੀ ਕੇਵਲ ਮੁਕਤੀ ਹੈ, ਜਿਉਂ ਜਲ ਮੇ ਜਲਾਏ ਖਟਾਨਾ ਤਿਉਂ ਜੋਤੀ ਸੰਗ ਜੋਤ ਸਮਾਨਾ। ਅਤੇ ਮੰਗਲ ਗੁਣਾਂ ਨੂੰ ਗਾਉਣ ਵਾਲੇ ਜੋ ਸਥਾਨ ਬਣੇ ਹੋਏ ਹੈ ਹਿਰਦੇ ਜਿਨ੍ਹਾਂ ਦੇ, ਉਹਨਾਂ ਨੂੰ ਮੰਗਲ ਖੁਸ਼ੀਆਂ ਕਰਨ ਵਾਲਾ, ਵਿਘਨਾਂ ਨੂੰ ਨਾਸ਼ ਕਰਨ ਵਾਲਾ ਹੈ। ਕਾਹੂ ਜੁਗਤ ਕਿਤੈ ਨਾ ਪਾਈਐ ਧਰਮ। ਇਹ ਭਾਈ ਇਹ ਕਿਸੇ ਜੁਗਤੀ ਤਰੀਕੇ ਕਰਕੇ ਮਹਾਰਾਜ ਦੇ ਨਾਮ ਦਾ ਧਰਮ, ਇਹ ਜਿਹੜਾ ਗੁਰਸਿੱਖੀ ਜੀਵਨ ਮਹਾਰਾਜ ਕਲਮਾ ਇਹੋ ਪੁੰਨ ਗੁਣ ਗੋਬਿੰਦ ਗਾਹੇ, ਇਹ ਧਰਮ ਹੋਰ ਕਿਸੇ ਜੁਗਤੀ ਨਾਲ ਨਹੀਂ ਪਾਇਆ ਜਾ ਸਕਦਾ। ਕੰਨਾਂ ਦੇ ਕਟਾਉਣੇ ਕਰਕੇ, ਕੰਨਾਂ 'ਚ ਫੂਕਾਂ ਮਰਾਉਣੇ ਕਰਕੇ ਕਿਸੇ ਧਰਮ ਕਰਕੇ ਪਾਇਆ ਨਹੀਂ ਜਾ ਸਕਦਾ ਇਹ ਧਰਮ। ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ। ਸਤਿਗੁਰੂ ਜੀ ਕਹਿੰਦੇ ਤਾਂ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ੍ਹਾਂ ਦੇ ਧੁਰੋਂ ਕਰਮ ਮਾਰਨ ਲਿਖੇ ਹੈ। ਪੂਰਵਲੇ ਜਨਮਾਂ ਜਿਹਨੇ ਨਿਸ਼ਕਾਮ ਕਰਮ ਕੀਤੇ ਹੈ, ਉਹਨਾਂ ਦੇ ਮੱਥੇ ਤੇ ਸੱਚੇ ਪਾਤਸ਼ਾਹ ਨੇ ਭਾਗ ਲਿਖ ਦਿੱਤੇ ਹੈ। ਉਹਨਾਂ ਨੂੰ ਗੁਰਾਂ ਦੀ ਸ਼ਰਨ ਚੋਂ ਇਹ ਦਾਤ ਪ੍ਰਾਪਤ ਹੋਈ ਹੈ ਨਾਮ ਦੀ। ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ। ਹੁਣ ਮਾਰੇ ਦਾਸ ਸੇਵਕ ਕੌਣ ਹੁੰਦਾ ਹੈ ਜੀ? ਇਹਦਾ ਲੱਖਣ ਕਰਦੇ ਭਾਈ ਜਿਨ੍ਹਾਂ ਦੇ ਮਨ 'ਚ ਪਾਰ ਬ੍ਰਹਮ ਪਰਮੇਸ਼ਰ ਦਾ ਨਿਵਾਸ ਟਿਕਾ ਹੋ ਗਿਆ, ਵਸ ਗਿਆ, ਜਿਨ੍ਹਾਂ ਦੇ ਹਿਰਦਿਆਂ 'ਚ ਵਾਸ਼ਨਾ ਤੋਂ ਰਹਿਤ ਹੋ ਗਏ ਹੈ। ਜੋ ਤਿਸ ਕਾ ਨਾਮ ਸਤ ਰਾਮਦਾਸ। ਉਹਨਾਂ ਦਾ ਨਾਮ ਸੱਚਾ ਰਾਮ ਦੇ ਸੇਵਕ ਹੈ, ਉਪਾਸ਼ਕ ਹੈ। ਆਤਮ ਰਾਮ ਤਿਸ ਨਦਰੀ ਆਇਆ। ਸਾਰਿਆਂ 'ਚ ਜੀਵ ਆਤਮਾ ਜੋ ਹੈ ਸਾਰਿਆਂ ਦੇ ਅੰਦਰ ਸਾਖੀ ਰੂਪ ਤੇ ਰਾਮ ਰਮਿਆ ਹੋਇਆ ਜੋ ਵਿਆਪਕ ਰਾਮ ਹੈ, ਉਹ ਇੱਕੋ ਹੀ ਰੂਪ ਹੈ, ਅਦਵੈਤ ਰੂਪ ਉਹਨਾਂ ਦੀ ਦ੍ਰਿਸ਼ਟੀ 'ਚ ਆ ਗਿਆ ਹੈ। ਦਾਸ ਦਸੰਤਨ ਭਾਏ ਤਿਨ ਪਾਇਆ। ਉਹ ਦਾਸਾਂ ਦੇ ਦਸਤਨ ਭਾਵ ਧਾਰਦੇ ਹੈ। ਦਾਸਾਂ ਦੇ ਦਾਸ ਛੱਛਾ ਛੋਰੇ ਦਾਸ ਤੁਮਾਰੇ, ਦਾਸ ਦਾਸਨ ਕੇ ਪਾਣੀ ਹਾਰੇ। ਦਾਸਾਂ ਦਾ ਦਾਸਪੁਣਾ ਜਿਹੜਾ ਧਾਰਨ ਕਰ ਦਸਤਨ ਹੈ, ਦਾਸਾਂ ਦੇ ਦਾਸਪੁਣਾ ਸਦਾਉਂਦੇ ਹਨ। ਐਸੇ ਭਾਵ ਭਾਵਨਾ ਕਰਕੇ ਪ੍ਰੇਮ ਕਰਕੇ ਉਹਨਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ। ਸਦਾ ਨਿਕਟ ਨਿਕਟ ਹਰ ਜਾਨ। ਸਦਾ ਜੋ ਪਰਮੇਸ਼ਰ ਨਿਕਟ ਹੈ, ਅਸੀਂ ਹੈ ਤਾਂ ਨੇੜੇ ਹੈ, ਨਿਕਟੇ ਹਰ ਭੇਦ ਨਾ ਪਾਇਆ। ਉਹ ਸਰੀਰ ਨੂੰ ਨੇੜੇ ਤੋਂ ਨੇੜਾ ਜਿਹੜੇ ਪਰਮੇਸ਼ਰ ਨੂੰ ਜਾਣਦੇ ਨੇ, ਸ਼ਾਹ ਰਗ ਤੋਂ ਵੀ ਨੇੜੇ, ਇੰਦਰੀਆਂ ਤੋਂ ਵੀ ਨੇੜੇ ਜਿਹੜੇ ਜਾਣਦੇ ਨੇ ਪਰਮੇਸ਼ਰ ਨੂੰ, ਉਹ ਸਦਾ ਨਿਕਟ ਵਸਦੇ ਆ ਪਰਮੇਸ਼ਰ ਦੇ। ਜਿਹੜੇ ਮਾਰੂ ਨੂੰ ਨੇੜੇ ਜਾਣਦੇ ਆ ਉਹਨਾਂ ਦੇ ਨੇੜੇ ਪਰਮੇਸ਼ਰ ਵਸਦਾ ਹੈ। ਸੋ ਦਾਸ ਦਰਗਹਿ ਪਰਵਾਨ। ਸਾਡਾ ਸੇਵਕ ਵਾਹਿਗੁਰੂ ਦਰਗਾਹ 'ਚ ਪ੍ਰਮਾਣਿਕ ਸਫਲਾ ਹੈ। ਆਪਣੇ ਦਾਸ ਕਉ ਆਪ ਕਿਰਪਾ ਕਰੈ। ਦੇ ਸੇਵਕ ਬਣੇ ਉਹਨਾਂ ਤੇ ਆਪ ਪਰਮੇਸ਼ਰ ਕਿਰਪਾ ਦ੍ਰਿਸ਼ਟੀ ਕਰਦਾ ਹੈ। ਜਿਸ ਦਾਸ ਕਉ ਸਭ ਸੁਝੀ ਪਰੈ। ਸੇਵਕਾਂ ਨੂੰ ਸਾਰੀ ਸਮਝ ਪੈ ਜਾਂਦੀ ਹੈ ਪਰਮਾਰਥ ਦੀ, ਗਿਆਤ ਦੀ, ਲੋਕ ਪਰਲੋਕ ਦੇ ਗਿਆਨ ਦੀ, ਅੰਤਰਜਾਮਤਾ ਦੀ। ਸਗਲ ਸੰਗ ਆਤਮ ਉਦਾਸ। ਸਾਰਿਆਂ ਸੰਬੰਧੀਆਂ ਦੇ ਨਾਲ, ਸਾਰਿਆਂ ਪਦਾਰਥਾਂ ਨਾਲ, ਸਭ ਲੋਕਾਂ ਨਾਲ ਮਿਲਦੇ ਹੈ, ਪਰ ਮਨ ਕਰਕੇ ਸਭ ਤੋਂ ਉਪਰਾਮ ਹੁੰਦੇ, ਕਿਸੇ ਨਾਲ ਫਸੇ ਨਹੀਂ ਹੁੰਦੇ, ਸਭ ਬਿਨਾਂ ਤੋਂ ਰਹਿਤ ਹੁੰਦੇ, ਨਿਰਲੇਪ ਹੁੰਦੇ ਹਨ। ਐਸੀ ਜੁਗਤ ਨਾਨਕ ਰਾਮਦਾਸ। ਸਾਰੇ ਪਾਣੀ ਵਿੱਚ ਖੜੇ ਹਨ, ਪਰ ਪਾਣੀ ਤੋਂ ਉਪਰਾਮ ਰਹਿਣੇ ਕਰਕੇ, ਸੂਰਜ ਦੇ ਧਿਆਨ ਕਰਕੇ ਵਿੱਚ ਨਿਰਲੇਪ ਰਹਿੰਦੇ ਹੈ। ਇਹ ਜਿਉਂ ਮੁਰਗਾਈ ਪੰਕਰਮ ਜੀ ਮੁਰਗਾਈ ਦੇ ਖੰਭ ਨਿਰਲੇਪ ਰਹਿੰਦੇ ਐ, ਨਿਰਲੇਪ ਰਹਿੰਦੇ ਹਨ ਸਾਰਿਆਂ ਦੇ ਨਾਲ ਰਹਿੰਦੇ ਹੋਏ। ਐਸੀ ਜੁਗਤ ਨਾਨਕ ਰਾਮਦਾਸ। ਜਿਨ੍ਹਾਂ ਨੂੰ ਇਹੀ ਜੀ ਜੁਗਤੀ ਪ੍ਰਾਪਤ ਹੋਈ ਹੈ, ਗੁਰੂ ਰਾਮਦਾਸ ਜੀ ਸੱਚੇ ਪਾਤਸ਼ਾਹ ਜੀ ਦੇ ਸੇਵਕ ਹਨ। ਉਹ ਰਾਮ ਦੇ ਸੇਵਕ ਹੈ, ਪਰਮੇਸ਼ਰ ਦੇ ਸੇਵਕ ਹਨ। ਪ੍ਰਭ ਕੀ ਆਗਿਆ ਆਤਮ ਹਿਤਾਵੈ। ਜੀਵਨ ਮੁਕਤ ਦੇ ਲੱਖਣ ਮਾਰਾ ਕਹਿੰਦੇ ਜਿਨ੍ਹਾਂ ਨੂੰ ਪ੍ਰਭੂ ਅਕਾਲ ਪੁਰਖ ਦੀ ਆਗਿਆ ਹਿਰਦੇ 'ਚ ਹਿਤ ਆਵੇ, ਪਿਆਰੀ ਲੱਗੇ ਆਉਂਦੀ ਹੈ, ਭਾਉਂਦੀ ਹੈ। ਜੀਵਨ ਮੁਕਤ ਸੋ ਕਹਾਵੈ। ਉਹ ਭਾਈ ਜਿਉਂਦਾ ਹੀ ਮੁਕਤ ਪੁਰਖ ਕਹਾ ਸਕਦਾ। ਜੀਵਨ ਮੁਕਤ ਜਿਹਦੇ ਭਗਵੰਤ ਤੈਸਾ ਹਰਖ ਤੈਸਾ ਉਸ ਸੋਗ। ਜੇ ਕੋਈ ਉਹਨਾਂ ਨੂੰ ਪਦਾਰਥ ਦੇ ਦੇਵੇ, ਪਦਾਰਥ ਦੇ ਮਿਲਣੇ ਕਰਕੇ ਜਿਹੜੀ ਖੁਸ਼ ਹੋਣਾ ਹੈ, ਇਹ ਵੀ ਉਹਨਾਂ ਨੂੰ ਇੱਕੋ ਜਿਹਾ ਹੀ ਹੈ। ਜੇ ਕੋਈ ਪਦਾਰਥ ਵਿਛੜ ਜਾਵੇ, ਉਹਦਾ ਸੋਗ ਪੈਣਾ, ਉਹਦੇ 'ਚ ਵੀ ਇੱਕੋ ਜਿਹੇ ਰਹਿੰਦੇ ਆ। ਸੋਗ ਵਿੱਚ ਰੋਂਦੇ ਨਹੀਂ ਹਨ, ਹਰਖ ਸੋਗ ਦੋਹਾਂ ਤੇ ਮੁਕਤੇ ਹਨ। ਉਹ ਸਦਾ ਆਨੰਦ ਤਹ ਨਹੀਂ ਬਿਓ। ਉਹਨਾਂ ਨੂੰ ਸਦਾ ਆਨੰਦ ਸਰੂਪ ਪ੍ਰਗਟ ਹੋਇਆ ਹੈ। ਕਦੇ ਪਦਾਰਥ ਦੇ ਵਿਛੜਨੇ ਕਰਕੇ ਵਿਛੋੜਾ ਨਹੀਂ ਹੁੰਦਾ ਤੇ ਸੋਗ ਨਹੀਂ ਹੁੰਦਾ। ਪਦਾਰਥ ਦੀ ਪ੍ਰਾਪਤੀ ਕਰਕੇ ਖੁਸ਼ੀ ਨਹੀਂ ਹੁੰਦੀ, ਫਲਾਵਟ ਨਹੀਂ ਹੁੰਦੀ।
ਸਦਾ ਆਨੰਦ ਹੈ, ਕਦੇ ਉਹਨਾਂ ਨੂੰ ਵਿਛੋੜਾ ਹੈ ਹੀ ਨਹੀਂ ਮਹਾਰਾਜ ਦੇ ਆਨੰਦ ਚੋਂ। ਤੈਸਾ ਸੁਵਰਨ ਤੈਸੀ ਉਸ ਮਾਟੀ। ਜੇ ਕੋਈ ਉਹਨਾਂ ਦੇ ਤਾਈਂ ਸੋਨਾ ਭੇਟਾ ਕਰਦੇ ਵੀ ਇੱਕੋ ਜਿਹਾ ਪ੍ਰਤੀਤ ਹੁੰਦਾ ਹੈ। ਜੇ ਕੋਈ ਉਹਨਾਂ ਨੂੰ ਮਿੱਟੀ ਆਦਿਕ ਦੀ ਡਲੀ ਦੇਵੇ ਉਹ ਵੀ ਉਹਨਾਂ ਦੀ ਨਿਗਾਹ 'ਚ ਇੱਕੋ ਜਿਹੀ ਹੈ। ਸੋਨਾ ਜਿਹੜਾ ਲਾਭਦਾਇਕ ਲਾਲਚ ਦੇ ਪੈਦਾ ਕਰਨ ਵਾਲਾ ਨਹੀਂ ਉਹਨਾਂ ਨੂੰ ਹੈ, ਤੇ ਮਿੱਟੀ ਜਿਹੜੀ ਹੈ ਇਹ ਵੀ ਤੇਰੇ ਸਿਰ 'ਚ ਸਵਾਹ ਪਾਉਣੇ ਮਿੱਟੀ ਦਿੰਦੇ ਹੈ, ਇਹ ਉਹਨਾਂ ਨੂੰ ਕੋਈ ਹਾਨੀਕਾਰਕ ਨਹੀਂ ਪ੍ਰਤੀਨਿਧ, ਦੋਹਾਂ ਤੋਂ ਸੁਤੰਤਰ ਹਨ। ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ। ਉਸੇ ਪ੍ਰਕਾਰ ਦੇਵਤਿਆਂ ਦਾ ਜੇ ਕੋਈ ਅੰਮ੍ਰਿਤ ਪਿਆਵੇ ਲਿਆ ਕੇ ਅਮਰ ਕਰਨ ਵਾਸਤੇ ਉਹ ਵੀ ਉਹ ਜੀ ਉਹਨਾਂ ਨੂੰ। ਤੇ ਜੇ ਕੋਈ ਬਿਓ ਖੱਟੀ ਟੀਟ ਦੇਵੇ, ਬਿਓ ਦੀ ਖਾਟੀ ਨਾਲ ਡਲੀ ਹੈ, ਜੇ ਕੋਈ ਬਿਓ ਦੀ ਡਲੀ ਦੇਵੇ ਖੱਟੀ ਦੁਖਦਾਇਕ, ਉਹ ਵੀ ਉਹਨਾਂ ਨੂੰ ਉਹੀ ਜੀ ਹੈ। ਬਾਬੇ ਆਇਆ ਸਿੰਘ ਜੀ ਜਿਹੜੇ ਹੋਏ ਹਨ ਹੋਤੀ ਵਾਲੇ, ਉਹਨਾਂ ਦੇ ਤਾਈ ਸਾਧ ਸੰਗਤ ਜੀ ਉਹਨਾਂ ਦੇ ਸੇਵਕ ਨੇ ਮੰਤਰੀ ਦੇ ਲਾਲਚ ਕਰਕੇ ਜ਼ਹਿਰ ਪਾ ਕੇ ਦੁੱਧ 'ਚ ਲਗਿਆ। ਸੰਤ ਕਹਿੰਦੇ ਭਾਈ ਤੂੰ ਪੀ ਲੈ, ਹੱਸਵੇ। ਕਹਿੰਦੇ ਨਹੀਂ ਜੀ ਤੁਹਾਡੇ ਵਾਸਤੇ ਲਿਆਂਦਾ, ਪੀ ਲਿਆ ਚੁੱਪ ਕਰਕੇ। ਉਹਨਾਂ ਦਾ ਸਰੀਰ ਉਸੇ 3 ਵਾਰੀ ਜ਼ਹਿਰ ਹੁਣ ਆਪਣੇ ਦਿੱਤੀ, 3 ਵਾਰੀ ਸੰਤਾਂ ਦਾ ਸਰੀਰ ਤਗੜਾ ਰਿਹਾ, ਆਪਣੀ ਆਜੂ ਭੋਗ ਕੇ ਚੜ੍ਹਾਈ ਕੀਤੀ ਹੈ। ਇਸ ਪ੍ਰਕਾਰ ਕੋਈ ਉਹਨੂੰ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਦੇ ਬਿਓ ਦੇ ਦੇਵੇ, ਉਹਨਾਂ ਨੂੰ ਅਸਰ ਨਹੀਂ ਕਰਦੀਆਂ। ਮੀਰਾਂ ਬਾਈ ਨੂੰ ਜ਼ਹਿਰ ਨਹੀਂ ਸੀ ਚੜੀ, ਉਹਦੇ ਜੇਠ ਨੇ ਜ਼ਹਿਰ ਦਵਾਤੀ ਸੀ ਲਾਂਗਰੀ ਦੇ ਬਾਅਦ ਖਿਚੜੀ ਚੋਂ ਪਾ ਕੇ। ਉਹ ਖਿਚੜੀ ਠਾਕਰਾਂ ਨੂੰ ਭੋਗ ਲਵਾ ਕੇ ਆ ਕੇ ਖਾ ਗਈ ਸੀ ਆਪ। ਮੀਰਾਂ ਬਾਈ ਨੂੰ ਜ਼ਹਿਰ ਨਸਾੜਿਆ ਨਹੀਂ ਸੀ, ਮਰੀ ਨਹੀਂ ਸੀ। ਇਸ ਪ੍ਰਕਾਰ ਬਿਓ ਦੀ ਡਲੀ ਜਿਹੜੀ ਜਾਂ ਖਾਟੀ ਦੁਖਦਾਈ ਜਿਹੜੀ ਬਿਓ ਹੈ ਅਤੇ ਦੇਵਤਿਆਂ ਦਾ ਅੰਮ੍ਰਿਤ ਇੱਕੋ ਜਿਹਾ, ਸੁਖ ਤੇ ਦੁੱਖ ਇੱਕੋ ਜਿਹੇ ਉਹਨਾਂ ਨੂੰ ਪ੍ਰਤੀਤ ਹੁੰਦੇ ਹਨ। ਤੈਸਾ ਮਾਨ ਤੈਸਾ ਅਭਿਮਾਨ। ਖੱਟੀ ਨਾਮ ਪ੍ਰਾਪਤੀ ਦਾ ਤੇ ਖੱਟੀ ਬਿਓ ਦਾ ਪ੍ਰਾਪਤੀ ਹੋਣੀ। ਖੱਟੀ ਨਾਮ ਡਲੀ ਦਾ ਹੈ ਤੇ ਖੱਟੀ ਟੀੜ ਦੁਖਦਾਇਕ। ਹਾਂਜੀ, ਤੈਸਾ ਮਾਨ ਤੈਸਾ ਜੇ ਅਭਿਮਾਨ। ਕੋਈ ਮਾਣ ਸਤਿਕਾਰ ਕਰੀ ਜਾਵੇ ਉਹਨਾਂ ਦਾ, ਉਹ ਵੀ ਉਹਨਾਂ ਨੂੰ ਉਹ ਜਿਹੀ ਹੈ। ਜੇ ਕੋਈ ਹੰਕਾਰ ਕਰਕੇ ਉੱਠੇ ਹੀ ਨਾ, ਸਲੂਟ ਹੀ ਨਾ ਕਰੇ, ਉਹ ਮਾਨ ਕਰ ਲਵੇ ਨਿਰਾਦਰੀ ਕਰਨ ਵਾਸਤੇ, ਉਹਨਾਂ ਦੀ ਨਿਗਾਹ 'ਚ ਇੱਕੋ ਜਿਹੀ ਹੈ। ਤੈਸਾ ਰੰਕ ਤੈਸਾ ਰਾਜਾ। ਉਹਨਾਂ ਦੀ ਨਿਗਾਹ 'ਚ ਉਹ ਜਿਹੇ ਕੰਗਾਲ ਹੈ ਅਤੇ ਉਹ ਜਿਹਾ ਰਾਜਾ ਹੈ ਜਿਹੜਾ ਦੁਨੀਆ ਦੇ ਵਿੱਚ ਹੈ। ਇੱਕੋ ਜਿਹੀ ਦ੍ਰਿਸ਼ਟੀ ਹੈ ਉਹਨਾਂ ਦੀ, ਰੰਕ ਜੀਵ ਤੇ ਰਜਾਨ ਈਸ਼ਵਰ ਵਿੱਚ। ਜੋ ਵਰਤਾਏ ਸਾਈ ਜੁਗਤ। ਜਿਹੜੇ ਇਸ ਪ੍ਰਕਾਰ ਇਸ ਜੁਗਤੀ ਵਿੱਚ ਇੰਦਰੀਆਂ ਦੇ ਵਿਸ਼ਿਆਂ ਤੋਂ ਸੁਤੰਤਰ ਹੋ ਕੇ ਤੁਰਿਆ ਪਦ ਦੇ ਵਿੱਚ ਬ੍ਰਹਮਾਕਾਰ ਬਿਰਤੀ ਕਰਕੇ ਵਰਤਾਉਂਦੇ ਹਨ ਇਸ ਜੁਗਤੀ ਵਿੱਚ। ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਸਤਿਗੁਰੂ ਜੀ ਕਹਿੰਦੇ ਨੇ ਉਹ ਪੁਰਖ ਭਾਈ ਜੀਵਨ ਮੁਕਤ ਕਹੀਦੇ, ਜਿਹੜਾ ਇਸ ਜੁਗਤੀ ਜਿਹੜੀ ਦੱਸੀ ਹੈ ਪਿੱਛੇ, ਇਹਦੇ 'ਚ ਏਕਤਾ ਦੇ ਨਾਲ ਵਰਤਾਉਂਦੇ ਹਨ ਆਪਣੇ ਆਪ ਨੂੰ। ਪਾਰ ਬ੍ਰਹਮ ਕੇ ਸਗਲੇ ਠਾਰ। ਫਿਰ ਇਹ ਮਹਾਰਾਜ ਨਾਮ ਵੱਖੋ ਵੱਖਰੇ ਕਿਉਂ ਪੈ ਗਏ? ਮਹਾਰਾਜ ਸਾਹਿਬ ਕਹਿੰਦੇ ਸੁਣੋ, ਪਾਰ ਬ੍ਰਹਮ ਪਰਮੇਸ਼ਰ ਦੇ ਭਾਈ ਸਾਰੇ ਸਥਾਨ ਹਨ। ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਮ। ਪਦਵੀ ਰੂਪੀ ਘਰ 'ਚ ਮਹਾਰਾਜ ਰੱਖੇ ਹੈ ਜੀਵਨ ਮੁਕਤ, ਉਹਨਾਂ ਦਾ ਜੀਵਨ ਮੁਕਤ ਹੈ। ਵਿਦਵਾਨਤਾ 'ਚ ਰੱਖੇ ਪੰਡਤ ਹੈ। ਕਿਉਂ ਜਿਹਾ ਜਿਹਾ ਕਿਸੇ ਦੇ ਤਾਈਂ ਜਿਸ ਜਿਸ ਥਾਂ ਦੇ ਵਿੱਚ ਰੱਖਣਾ ਕੀਤਾ ਹੈ, ਤੈਸਾ ਤਿਨ ਜਿਸ ਨਾਮ। ਘਰ ਵਿੱਚ ਰੱਖੇ ਹੈ ਟਿਕਾਣੇ 'ਚ ਵਸਦਾ ਜਿਹਾ ਜਿਹਾ ਉਹਨਾਂ ਦਾ ਨਾਮ ਪਿਆ ਹੋਇਆ ਹੈ। ਸਵਰਗ ਦੇ ਦੇਵਤੇ ਕਹਾਉਂਦੇ ਹੈ, ਪਤਾਲ ਦੇ ਰਾਖਸ਼ ਕਹਾਉਂਦੇ, ਦੈਂਤ ਕਹਾਉਂਦੇ ਹੈ। ਕਿਉਂ ਵੈਸਾ ਵੈਸਾ ਉਹਨਾਂ ਦਾ ਨਾਮ। ਸ਼ਾਂਤ ਕੀ ਦੇਵਤੇ ਕਹਾਉਂਦੇ ਹੈ, ਰਾਜਸੀ ਮਨੁੱਖ ਕਹਾਉਂਦੇ ਹੈ, ਤਾਮਸੀ ਦੈਂਤ ਕਹਾਉਂਦੇ ਹੈ। ਵੈਸਾ ਵੈਸਾ ਉਹਨਾਂ ਦਾ ਨਾਮ ਪੈ ਗਿਆ ਹੈ। ਆਪੇ ਕਰਨ ਕਰਾਵਨ ਜੋਗ। ਆਪ ਹੀ ਸਾਰਿਆਂ ਕਾਰਜਾਂ ਨੂੰ ਕਰਨ ਵਾਲਾ, ਆਪ ਹੀ ਕਰਾਉਣ ਦੇ ਯੋਗ ਲਾਇਕ ਹੈ ਪਰਮੇਸ਼ਰ। ਪ੍ਰਭ ਭਾਵੈ ਸੋਈ ਫੁਨ ਹੋ। ਜੋ ਵਾਹਿਗੁਰੂ ਨੂੰ ਪਾਉਂਦਾ ਸੀ ਪਿੱਛੇ ਹੁੰਦਾ ਸੀ, ਹੁਣ ਹੁੰਦਾ ਅੱਗੇ ਨੂੰ ਸੋਈ ਹੋਗ ਹੋਵੇਗਾ। ਪਸਰਿਓ ਆਪ ਹੋਏ ਅਨੰਤ ਤਰੰਗ। ਅਨੇਕਾਂ ਲਹਿਰਾਂ ਰੂਪ ਹੋ ਕੇ ਪਰਮੇਸ਼ਰ ਆਪ ਹੀ ਫੈਲਿਆ ਹੋਇਆ ਹੈ। ਅਨੰਤ ਬ੍ਰਹਮੰਡਾ ਰੂਪੀ ਅਨੇਕਾਂ ਲਹਿਰਾਂ ਜਿਸਨੇ ਬ੍ਰਹਮ ਰੂਪੀ ਸਮੁੰਦਰ ਵਿੱਚੋਂ ਬ੍ਰਹਮੰਡ ਰੂਪੀ ਅਨੇਕਾਂ ਲਹਿਰਾਂ ਨਿਕਲ ਰਹੀਆਂ ਹਨ। ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ। ਉਸ ਪਾਰ ਬ੍ਰਹਮ ਦੇ ਰੰਗ ਜਿਹੜੇ ਕੌਤਕ ਢੰਗ ਤਰੀਕੇ ਲਿਖੇ ਨਹੀਂ ਜਾਂਦੇ, ਕਿਸੇ ਦੇ ਪਾਸੋਂ ਜਾਣੇ ਨਹੀਂ ਜਾਂਦੇ। ਜੈਸੀ ਮਤ ਦੇ ਤੈਸਾ ਪ੍ਰਗਾਸ। ਜੀ ਮਹਾਰਾਜ ਸਾਹਿਬ ਰਾਜਸੀ ਸੁਭਾਅ ਵਾਲੇ ਦੀ ਚਲਾਕੀ ਕਰਨ ਵਾਲੀ, ਸਾਂਤਕੀ ਵਾਲੀ, ਨਰਮਾਈ ਵਾਲੀ, ਤਾਮਸੀ ਵਾਲੇ ਦੀ ਤਿੱਖੀ ਕ੍ਰੋਧ ਵਾਲੀ, ਜਿਹੀ ਜੀ ਮਤ ਸੁਭਾਅ ਅਨੁਸਾਰ ਦਿੰਦਾ ਹੈ, ਉਹ ਜਿਹਾ ਉਹਨਾਂ ਅੰਦਰ ਪ੍ਰਕਾਸ਼ ਹੁੰਦਾ ਹੈ ਗਿਆਨ ਦਾ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ
ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪਰ ਤੱਕ ਗੁਰੂ ਨਿਸਤਾਰੇ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੱਲੋਂ ਚਲਾਈ ਗਈ ਦਮਦਮੀ ਟਕਸਾਲ ਦੇ 12ਵੇਂ ਮੁਖੀ ਸੱਚਖੰਡ ਵਾਸੀ ਗਿਆਨੀ ਗੁਰਬਚਨ ਸਿੰਘ ਜੀ ਵੱਲੋਂ ਦਸਾਂ ਪਾਤਸ਼ਾਹੀਆਂ ਦੇ ਪਾਵਨ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਸੰਪੂਰਨ ਲੜੀਵਾਰ ਕਥਾ ਆਰੰਭ ਹੋਣ ਜਾ ਰਹੀ ਹੈ। ਧੰਨਵਾਦ ਸਾਹਿਬ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਮੁਖੀ ਦਮਦਮੀ ਟਕਸਾਲ ਜਥਾ ਪਿੰਡਰਾਂ ਮਹਿਤਾ ਅੰਮ੍ਰਿਤਸਰ।